ਕੌਣ ਹਮੈਗੇ ਕੁਮਾਰ। ਜਲ ਮੱਧ ਜਲ ਦੇ ਵਿੱਚ ਕੁਛ ਆਦਮੀ ਜਲ ਦੇ ਵਿੱਚ ਦੱਸਿਆ ਨਾ ਵੀ ਬੈਠ ਕੇ ਹੀ ਬੈਠੇ ਹੀ ਰਹਿੰਦੇ ਸੀ ਜਲ ਦੇ ਵਿੱਚ, ਪਾਣੀ 'ਚ ਬੈਠ ਕੇ ਜੋ ਵੀ ਕੁਛ ਕਰਦੇ ਤੇ, ਮੰਤਰ ਪੜ੍ਹਦੇ ਸੀ, ਮਾਲਾ ਤਾਂ ਫੇਰਦੇ ਨਹੀਂ ਹੁੰਦੇ, ਮੂੰਹ 'ਚ ਧਿਆਨ ਲਾਉਂਦੇ ਸੀ। ਉਹ ਜਿਹੜੇ ਜਲ ਦੇ ਵਿੱਚ ਬੈਠੇ ਹੁੰਦੇ ਸੀ ਉਹਨਾਂ ਦੀ ਕੈਟੇਗਰੀ ਹੈ, ਉਹਨਾਂ ਦਾ ਨਾਂ ਇਹਨੇ ਬੜੀ ਰੱਖਤਾ। ਬਣ ਕਹਿੰਦੇ ਨੇ ਬਿਰਛ ਨੂੰ। ਬਿਰਛ ਦਾ ਕਨੈਕਸ਼ਨ ਹਮੇਸ਼ਾ ਪਾਣੀ ਨਾਲ ਰਹਿੰਦਾ, ਕਿਉਂਕਿ ਪਾਣੀ ਤੋਂ ਬਿਨਾਂ ਤਾਂ ਬਿਰਛ ਹੈ ਨਹੀਂ। ਬਿਰਛ ਵੈਸੇ ਬਾਹਰ ਤਾਂ ਬਿਰਛ ਬਾਅਦ 'ਚ ਆਏ ਨੇ, ਪਹਿਲਾਂ ਪਾਣੀ 'ਚ ਨੇ ਬਿਰਛ। ਸਮੁੰਦਰ ਦੇਖੇ ਹੋਣੇ ਤੁਸੀਂ, ਜੰਗਲ, ਉਹ ਪਾਣੀ ਵਾਲੇ ਬਿਰਛ ਰੱਖਤਾ ਉਹਨਾਂ ਦਾ ਨਾਂ। ਬਿਰਛ ਬਾਹਰ ਵੀ ਨੇ, ਉਹ ਬੜੀ ਰੱਖਤਾ ਉਹਨਾਂ ਦਾ ਨਾਂ। ਯਾਨੀ ਇਹ ਨਾਂ ਰੱਖੇ ਨੇ ਹੁਣ ਚੇਲਿਆਂ ਦੇ ਕੈਟਾਗਰੀਆਂ ਨੇ ਆਪਣੀਆਂ ਅੱਡ ਅੱਡ। ਉਹ ਜਿਹੜੇ ਗਿਰੀਪੁਰੀ ਭਾਰਤੀ ਆਉਂਦੇ ਨੇ ਇਹਨਾਂ ਦੇ ਸੰਨਿਆਸੀਆਂ ਦੇ, ਜਿਹੜੇ ਹੁਣ ਵੀ ਚੱਲਦੇ ਨੇ ਗੋਤ, ਉੱਥੋਂ ਚੱਲੇ ਹੋਏ ਨੇ। ਜਲ ਮੱਧ ਜੌਨ ਮੁੰਡੇ ਅਪਾਰ। ਜਿਹੜੇ ਚੇਲੇ, ਮੁੰਡੇ ਦਾ ਮਤਲਬ ਚੇਲੇ ਬਣਾਏ। ਆ ਮੁੰਡਾ ਨਾਂ ਤਾਂ ਰੱਖਿਆ ਹੈ ਪੰਜਾਬੀ 'ਚ, ਜਿਹੜਾ ਆਪਾਂ ਪੰਜਾਬੀ 'ਚ ਮੁੰਡਾ ਕਹਿੰਦੇ ਆ ਨਾ, ਉਹ ਚੇਲਾ ਹੁੰਦਾ ਜਿਹਨੂੰ ਮੁੰਨ ਲੈਂਦੇ ਸੀ ਨਾ ਜੋਗੀ ਕਰਨਾ 'ਚ ਪਾ ਦਿੰਦੇ ਨਤੀਆਂ, ਉਹਨੂੰ ਮੁੰਡਾ ਕਹਿੰਦੇ ਤੇ। ਦੇਖੋ ਆਦਮੀ ਹੀ ਚੇਲਾ ਬਣ ਸਕਦਾ, ਜਨਾਨੀਆਂ ਨਹੀਂ ਬਣ ਸਕਦੀ, ਇਹਦਾ ਵੀ ਮਤਲਬ ਹੈ। ਮੁੰਡੇ ਦਾ ਨਾਂ ਮੁੰਡੀ ਨਹੀਂ, ਫਿਰ ਇਹਦਾ ਮੁੰਡੇ ਦਾ ਇਸਤਰੀ ਲਿੰਗ ਨਹੀਂ ਹੁੰਦਾ ਹੈ। ਕੁੜੀ ਹੋਰ ਗੱਲ ਹੈ, ਲੜਕੀ ਲੜਕਾ ਹੋਰ ਗੱਲ ਹੈ। ਹਾਂਜੀ, ਜਲ ਮੱਧ ਜੌਨ ਮੁੰਡੇ ਅਪਾਰ। ਜਿੰਨੇ ਜਲ 'ਚ ਬੈਠਣ ਵਾਲੇ ਤੇ ਉਹਨਾਂ ਦੀ ਕੋਈ ਗਿਣਤੀ ਤਾਂ ਨਹੀਂ ਦੱਸ ਸਕਦਾ, ਅਪਾਰ ਸੀ ਗਿਣਤੀ ਉਹਨਾਂ ਦੀ ਵੀ। ਉਹਨਾਂ ਦਾ ਨਾਂ ਬੜੀ ਰੱਖਤਾ। ਬਨ ਨਾਮ ਕੌਣ ਹਮੈਗੇ ਕੁਮਾਰ। ਹਾਂ, ਕੁਮਾਰ ਦੇਖੋ ਨਾ, ਕੁਮਾਰ ਆ ਗਿਆ, ਰਾਜ ਕੁਮਾਰ। ਜੋਗ ਰਾਜ ਹੈ ਨਾ, ਹੈ ਰਾਜ ਦੇ ਚੇਲੇ ਕੁਮਾਰੇ ਹੁੰਦੇ ਨੇ। ਰਾਜੇ ਦਾ ਮੁੰਡਾ ਕੁਮਾਰ ਨਹੀਂ ਹੁੰਦਾ, ਰਾਜਕੁਮਾਰ ਨਹੀਂ ਕਹਿੰਦੇ ਆਪਾਂ। ਇਹ ਕੱਲਾ ਕੁਮਾਰ ਹੈ, ਰਾਜਕੁਮਾਰ ਨਹੀਂ ਇਹਦਾ ਨਾਂ ਹੁੰਦਾ, ਕੁਮਾਰ। ਹਾਂਜੀ, ਬਨ ਨਾਮ ਕੌਣ ਹਮੈਗੇ ਕੁਮਾਰ। ਹਾਂ, ਉਹਨਾਂ ਦਾ ਨਾਂ ਕੁਮਾਰਾਂ ਦਾ ਬੜੀ, ਚੇਲਿਆਂ ਦਾ ਬੜੀ ਨਾਂ ਹੋ ਗਿਆ। ਗਿਰ ਮੱਧ ਸਿੱਖ ਕੀਨੇ ਅਨੇਕ। ਇੱਥੇ ਸਿੱਖ ਆ ਗਿਆ, ਉੱਥੇ ਮੁੰਡੇ ਸੀ, ਇੱਥੇ ਸਿੱਖ ਆ ਗਿਆ। ਜਿਹੜੇ ਗਿਰ ਛੋਟੇ ਪਹਾੜ ਹੁੰਦੇ ਨੇ, ਜਿਹੜੇ ਕੱਚੇ ਜਿੱਥੇ ਆਮ ਆਬਾਦੀ ਹੁੰਦੀ ਹੈ, ਉਹਨੂੰ ਗਿਰ ਕਹਿੰਦੇ ਨੇ। ਅੱਗੇ ਗਾਂ ਮੇਰ ਆ ਜਾਂਦੇ ਨੇ। ਗਿਰ ਛੋਟੇ ਪਹਾੜ, ਮੇਰ ਵੱਡੇ ਪਹਾੜ, ਜਿੱਥੇ ਬਰਫ਼ ਹੁੰਦੀ, ਆਬਾਦੀ ਨਹੀਂ ਹੁੰਦੀ। ਇੱਥੇ ਪਰਬਤ ਆਊ ਉਹਦੇ ਤੋਂ, ਮੇਰ ਦੇ ਤੋਂ। ਗਿਰ ਭੇਸ ਸਹਿਜ ਸਮਝੋ ਵਿਵੇਕ। ਉਹ ਵਿਵੇਕ ਹੈ, ਵਿਵੇਕੀ ਜਨੋ, ਉਹਨਾਂ ਨੂੰ ਇਹ ਸਮਝ ਲਓ ਵੀ ਗਿਰੀ, ਉਹਨਾਂ ਦਾ ਨਾਂ ਗਿਰੀ ਹੈ। ਉਹ ਭੇਖ ਅੱਡ ਹੈ ਉਹਨਾਂ ਦਾ, ਉਹ ਅੱਡ ਅੱਡ ਭੇਖ ਵੀ ਇਹਨਾਂ ਦੇ ਅੱਡ ਅੱਡ ਰਹੇ ਨੇ। ਥੋੜਾ ਥੋੜਾ ਫਰਕ ਰਿਹਾ ਭੇਖ 'ਚੋਂ ਹੀ। ਅਸੀਂ ਕੌਣ ਹਾਂ? ਅਸੀਂ ਬੜੀ ਹਾਂ, ਅਸੀਂ ਗਿਰੀ ਹਾਂ, ਅਸੀਂ ਪਰਬਤੀ ਹਾਂ, ਅਸੀਂ ਭਾਰਤੀ ਹਾਂ। ਇਹ ਅੱਡ ਅੱਡ ਨੇ, ਹੈ ਦੱਤ ਦੇ ਇਹ ਚੇਲੇ ਸਾਰੇ। ਚੇਲੇ ਦਾ ਜਿਵੇਂ ਸਿੱਖਾਂ 'ਚ ਹੋ ਗਏ, ਹੁਣ ਇੱਕ ਨੀਲ ਧਾਰੀਆ ਹੋ ਗਏ, ਇੱਕ ਆ ਕੌਣ ਨੇ ਜੀ ਨਿਰੰਕਾਰੀ ਨੇ, ਇਹ ਕੌਣ ਨੇ ਜੀ ਉਹ ਨਾਮਧਾਰੀਏ ਨੇ, ਇਹ ਕੌਣ ਨੇ ਜੀ ਅਕਾਲੀ ਨੇ, ਇਹ ਕੌਣ ਨੇ ਜੀ ਨਿਹੰਗ ਸਿੰਘ ਨੇ। ਚਲੋ ਉਹ ਤਾਂ ਖੈਰ ਪਹਿਲਾਂ ਤੇ ਹੀ ਨੇ, ਬਾਅਦ ਦੇ ਵਿੱਚ ਤਾਂ ਕੈਟਾਗਰੀ ਹੋ ਗਈ ਹੈ ਨਾ। ਗੁਰੂ ਗ੍ਰੰਥ ਸਾਹਿਬ ਨੂੰ ਸਾਰੇ ਬੰਦੇ ਨੇ, ਗੁਰਬਾਣੀ ਨੂੰ ਸਾਰੇ ਬੰਦੇ ਨੇ। ਇਹ ਵੀ ਸੀ ਇੱਥੇ ਵੀ। ਭਾਰਤ ਭੜੰਤ ਜੇ ਭੇ ਤੁਰੰਤ। ਭਾਰਤ ਜਿਹੜੇ ਪਿੰਡਾਂ ਦੇ ਵਿੱਚ, ਭਾਰਤ ਤਾਂ ਸਾਰੇ ਪਿੰਡਾਂ 'ਚ ਹੈ ਨਾ। ਪਿੰਡ ਦਾ ਨਾਂ ਥੋੜ੍ਹੀ ਚੱਲੂਗਾ, ਪਿੰਡ ਦਾ ਨਹੀਂ ਨਾਂ ਚੱਲਦਾ ਹੁੰਦਾ। ਪਿੰਡਾਂ ਦਾ ਛੋਟੇ ਬਸਤੀਆਂ, ਖਿੜੇ ਖੱਪਰੇ ਜਿਹੇ ਘਰ ਹੁੰਦੇ ਸੀ। ਇਹੋ ਜਿਹੇ ਪਿੰਡ ਕਿੱਥੇ ਹੁੰਦੇ ਸੀ ਜਿਹੇ ਜਿਹੇ ਹੁਣ ਨੇ। ਉਦੋਂ ਝੁੱਗੀਆਂ ਝੱਗੀਆਂ ਜੀ ਹੁੰਦੀਆਂ ਸੀ, 2-4-10 ਕਿਤੇ ਹੋਈਆਂ, 2-4-10 ਕਿਤੇ ਹੋਈਆਂ। ਜੰਗਲਾਂ ਦੇ ਵਿੱਚ ਜਿਵੇਂ ਪਹਾੜਾਂ 'ਚ ਹੁੰਦੇ ਨੇ ਘਰ, ਐ ਖਿੜੇ ਖੱਪਰੇ ਜਿਹੇ ਹੁੰਦੇ ਸੀ। ਜਿਹੜੇ ਭਾਰਤ 'ਚ ਮੈਦਾਨੀ ਇਲਾਕੇ 'ਚ ਆ ਕੇ ਉਹਨੇ ਚੇਲੇ ਬਣਾਏ। ਭਾਰਤ ਭੜੰਤ ਜੇ ਭੇ ਤੁਰੰਤ। ਉਹਨਾਂ ਦਾ ਨਾਮ ਭਾਰਤੀ ਹੋ ਗਿਆ। ਭਾਰਤੀ ਨਾਮ ਤਾਂ ਕਿ ਭੜੰਤ। ਹਾਂ, ਉਹਨਾਂ ਦਾ ਨਾਮ ਭਾਰਤੀ ਪੈ ਗਿਆ, ਭਾਰਤੀ ਕਹਿਣ ਲੱਗ ਗਏ ਉਹਨਾਂ ਨੂੰ।
ਪੁਰ ਜਾਸ ਸਿੱਖ ਕੀਨੇ ਅਪਾਰ। ਜਿਹੜੇ ਵੱਡੇ ਸ਼ਹਿਰਾਂ 'ਚੋਂ ਪੁਰ ਕਹਿੰਦੇ ਨੇ, ਵੱਡੇ ਸ਼ਹਿਰਾਂ ਨੂੰ, ਜਿਵੇਂ ਰਾਜਧਾਨੀਆਂ ਹੁੰਦੀਆਂ ਸੀ, ਵੱਡੇ ਸ਼ਹਿਰ ਹੁੰਦੇ ਤੇ, ਉੱਥੋਂ ਜਿਹੜੇ ਸਿੱਖ ਬਣੇ, ਚੇਲੇ ਬਣੇ, ਉਹਨਾਂ ਦਾ ਨਾਂ ਪੁਰੀ ਪੈ ਗਿਆ। ਪੁਰੀ ਨਾਮ ਤਉ ਜਾਨੂ ਵਿਚਾਰ। ਉਹਨਾਂ ਦਾ ਨਾਂ ਹੀ ਪੁਰੀ ਹੈ। ਜਿਹੜੇ ਅੱਜ ਕੱਲ੍ਹ ਪੁਰੀ ਕਹਿੰਦੇ ਨੇ, ਪੁਰੀ ਗੋਤ ਨਹੀਂ ਲੱਗਦਾ, ਉਹੀ ਪੁਰੀ ਨੇ। ਉਹ ਪੁਰੀ ਇੱਥੋਂ ਬਣੇ ਹੋਏ ਨੇ। ਇਹ ਕੋ ਬੈਕਗਰਾਉਂਡ ਆ ਰਹੀ ਹੈ ਸਾਡੇ ਕੋਲ। ਇਹ ਹੈ ਇਤਿਹਾਸ ਕਿਸ ਧਰਮ ਦਾ, ਉਹੀ ਧਰਮ ਹੈ ਸਾਡਾ, ਉੱਥੇ ਚਲੇ ਆਉਂਦੇ, ਬਦਲਦਾ ਜਾਂਦਾ। ਇਹ ਹਿਸਟਰੀ ਹੈ ਧਰਮ ਦੀ। ਹਾਂਜੀ। ਪਰਬਤ ਵਿਖੇ ਸਜੇ ਸਿੱਖ ਕੀਨ। ਜਿਹੜੇ ਪਰਬਤਾਂ ਜੋ ਵੱਡੇ ਪਹਾੜਾਂ 'ਚੋਂ ਜਿੱਥੇ ਬਰਫ਼ ਹੈ, ਉੱਥੇ ਵੀ ਤਾਂ ਜਾ ਕੇ ਮਤਲਬ ਹੈ ਲੋਕ ਤਪ ਕਰਦੇ ਸੀ, ਜਿੱਥੇ ਆਦਮੀ ਹੋਵੇ। ਜਦੋਂ ਜਿਹੜੇ ਉੱਥੇ ਪਰਬਤਾਂ 'ਚ ਜਿੱਥੇ ਬਰਫ਼ ਪੈਂਦੀ ਹੈ, ਉੱਥੇ ਜਿਹੜੇ ਸਿੱਖ ਕੀਤੇ, ਜਾ ਕੇ ਚੇਲੇ ਬਣਾਏ। ਪਰਬਤੀ ਸੋ ਨਾਮ ਲੈ ਤਾਹੇ ਦੀਨ। ਉਹਨਾਂ ਨੂੰ ਪਰਬਤੀ ਦਾ ਨਾਮ ਦੇ ਦਿੱਤਾ, ਇਹ ਬਈ ਪਰਬਤੀ ਨੇ। ਇਹ ਭਾਂਤ ਉਚਰੀ ਕਰ ਪੰਜ ਨਾਮ। ਇਸ ਤਰੀਕੇ ਨਾਲ ਪੰਜ ਨਾਮ ਤਾਂ ਇਹ ਬਣਾਤੇ। ਇਹ ਤਾਂ ਬਣਾਏ ਉੱਤਰੀ ਭਾਰਤ ਵਿੱਚੋਂ, ਇੱਧਰ ਇੱਧਰੋਂ ਆਪਣੇ। ਕਿਉਂ ਇੱਥੇ ਪਾਣੀ ਦੇ ਵਿੱਚ ਆ ਜਿਹੜੇ ਤੀਰਥ ਨੇ, ਗੰਗਾ 'ਚ ਬੈਠ ਕੇ ਤਪ ਕਰਨਾ, ਜਪ ਕਰਨਾ, ਇਹ ਲੋਕ ਸੀ। ਸਮੁੰਦਰ 'ਚ ਬੈਠ ਕੇ ਨਹੀਂ ਕੋਈ ਕਰਦਾ ਹੁੰਦਾ ਜਪ ਤਪ। ਸਮੁੰਦਰ ਲਹਿਰਾਂ ਹੁੰਦੀਆਂ ਰੋਜ਼, ਸਮੁੰਦਰ ਦੇ ਵਿੱਚ ਨਹੀਂ ਏਦਾਂ ਜਪ ਤਪ ਹੋ ਸਕਦਾ। ਤਾਂ 24 ਘੰਟੇ ਲਹਿਰਾਂ ਹੁੰਦੀਆਂ ਨੇ, ਨਾਲੇ ਲੂਣ ਵਾਲਾ ਪਾਣੀ ਹੁੰਦਾ। ਇਹ ਦਰਿਆਵਾਂ ਜਿੱਥੇ ਤੀਰਥ ਨੇ, ਉੱਥੇ ਦੀ ਉਹ ਗੱਲ ਹੈ। ਫਿਰ ਛੋਟੇ ਪਹਾੜ ਨੇ, ਫਿਰ ਅੱਗੇ ਵੱਡੇ ਪਹਾੜ ਨੇ, ਸ਼ਹਿਰ ਵੀ ਨੇ। ਹਾਂਜੀ। ਤਬ ਦੱਤ ਦੇਵ ਕੀਨੇ ਵਿਸਰਾਮ। ਫਿਰ ਦੱਤ ਦੇਵ ਨੇ ਕੁਛ ਦੇਰ ਆਰਾਮ ਕੀਤਾ, ਉੱਤਰੀ ਭਾਰਤ ਆ ਕਰਕੇ। ਉੱਤਰੀ ਭਾਰਤ ਪਰਲਾ ਏਰੀਆ ਸਾਰਾ ਕਵਰ ਕਰਕੇ ਕੁਛ ਦੇਰ ਵਾਸਤੇ ਆਰਾਮ ਕੀਤਾ। ਸਾਗਰ ਮੰਝਾਰ ਜੇ ਸਿੱਖ ਕੀਨ। ਫਿਰ ਸਾਗਰ ਦੇ ਵਿੱਚ ਜਿਹੜੇ ਟਾਪੂ ਸੀ, ਉੱਥੇ ਨੂੰ ਚੱਲ ਪਿਆ। ਸਾਗਰ ਸੋ ਦੇਖੋ, ਗੁਰੂ ਨਾਨਕ ਨੇ ਵੀ ਚਾਹੇ ਕੀਤਾ ਹੋਵੇ, ਬ੍ਰਾਹਮਣ ਦਾਤੇ ਨੇ ਉਹ ਤੋਂ ਜ਼ਿਆਦਾ ਕੀਤਾ ਹੋਇਆ, ਉਹ ਤੋਂ ਜ਼ਿਆਦਾ ਕੀਤਾ ਹੋਇਆ। ਸਾਗਰਾਂ ਦੇ ਵਿੱਚ ਗੁਰੂ ਨਾਨਕ ਬਹੁਤਾ ਦੂਰ ਨਹੀਂ ਗਿਆ, ਸਿਰਫ ਲੰਕਾ 'ਚ ਗਏ। ਦੇਖੋ, ਲੰਕਾ ਦਾ ਸਬੂਤ ਹੈ ਸਾਡੇ ਕੋਲ, ਹੋਰ ਨਹੀਂ ਕਿਤੇ। ਹਾਂਜੀ। ਸਾਗਰ ਸੋ ਨਾਮ ਤਿਨਕੇ ਪ੍ਰਵੀਨ। ਉਹਨਾਂ ਦੇ ਸਾਗਰ ਨੂੰ ਹੋ ਗਿਆ, ਸਾਰਿਆਂ ਨੂੰ ਸਾਗਰ ਕਹਿੰਦੇ ਨੇ ਉਹਨਾਂ ਨੂੰ। ਸਾਗਰ ਹੀ ਆ ਸਾਗਰ। ਸਾਰ ਸੁਤ ਤੀਰ ਜੇ ਕੀਨ ਚੇਰ। ਇੱਕ ਸਰਸਵਤੀ ਨਦੀ ਹੈ, ਸਰਸਵਤੀ, ਸਾਰਸਵਤੀ। ਉੱਥੇ ਅਸਲ ਦੇ ਵਿੱਚ ਗੁਰਮਤ ਦੇ ਧਾਰਨੀ ਉਹ ਨਦੀ ਦੇ ਕੰਢੇ ਤੇ ਹੀ ਰਹਿੰਦੇ ਨੇ। ਗੰਗਾ ਦੇ ਕੰਢੇ ਤੇ ਨਹੀਂ ਰਹਿੰਦੇ ਸੀ। ਗੰਗਾ ਦੇ ਕੰਢੇ ਤੇ ਹੋਰ ਸੀ ਲੋਕ। ਗੰਗਾ ਦੇ ਕਿਨਾਰੇ ਤੇ ਲੋਕ ਜੋਗੀ ਸੀ ਸਾਰੇ ਰਹਿੰਦੇ। ਗੰਗਾ ਦੇ ਕਿਨਾਰੇ ਤੇ ਜਿੰਨੇ ਵੀ ਮੰਦਰ ਨੇ, ਸ਼ਿਵ ਜੀ ਦੇ ਹੀ ਨੇ। ਦੂਏ ਬਾਅਦ 'ਚ ਬਣੇ ਹੋਏ, ਕਿਉਂਕਿ ਹੈਡ ਗੰਗਾ ਦੇ ਜਿਹੜਾ ਕਿਨਾਰੇ ਤੇ ਸਭ ਤੋਂ ਵੱਡਾ ਮੰਦਰ ਹੈ, ਉਹ ਜਾ ਕੇ ਅਪਰ ਕਾਸ਼ੀ ਸ਼ਿਵ ਜੀ ਦੀ ਨਗਰੀ ਬਣੀ ਜਾਂਦੀ ਆ। ਸ਼ਿਵ ਕੀ ਪੁਰੀ ਕਹਿੰਦੇ ਨੇ। ਇਸੇ ਕਰਕੇ ਕਬੀਰ ਨੇ ਉਹ ਕਿਹਾ ਸੀ, ਸ਼ਿਵ ਕੀ ਪੁਰੀ ਵਸੈ ਬੁੱਧ ਸਾਰ। ਤੁਸੀਂ ਇਹਨੂੰ ਸ਼ਿਵ ਕੀ ਪੁਰੀ ਕਹਿੰਦੇ। ਸ਼ਿਵ ਕੀ ਪੁਰੀ ਸਾਰਬੁੱਧ ਹੁੰਦੀ ਹੋਣੀ ਚਾਹੀਦੀ ਹੈ। ਇੱਥੇ ਸਾਰਬੁੱਧ ਹੈ ਨਹੀਂ ਤੁਹਾਡੇ ਕੋਲ, ਗਲਤ ਨਾ ਰੱਖਿਆ ਤੁਸੀਂ ਸ਼ਿਵ ਕੀ ਪੁਰੀ ਇਹਦਾ ਨੂੰ। ਸਰਸਵਤੀ ਜਿਹੜੀ ਹੈਗੀ ਆ, ਇਹ ਵੈਸੇ ਗੰਗਾ ਨੂੰ ਕਹਿਣ ਲੱਗੇ, ਗੰਗਾ ਨਹੀਂ ਹੈ। ਗੋਦਾਵਰੀ ਨੂੰ ਦੱਖਣ ਵਾਲੇ ਸਰਸਵਤੀ ਕਹਿੰਦੇ ਨੇ। ਗੋਦਾਵਰੀ ਜਿਹੜੀ ਉਹ ਪਰ ਹਜੂਰ ਸਾਹਿਬ ਹੈ ਜਿੱਥੇ, ਉਹ ਇਹਨੂੰ ਅੰਦਰ। ਇੱਥੇ ਸਰਸਵਤੀ ਹੋਰ ਹੈ। ਗੰਗਾ ਜਮਨਾ ਇਲਾਹਾਬਾਦ ਰਲਦੀਆਂ ਨੇ ਜਾ ਕੇ, ਉਹ ਜਿਹੜੀ ਤੀਜੀ ਹੈ ਸਰਸਵਤੀ ਕਹਿੰਦੇ ਨੇ ਉਹਨੂੰ। ਇਹ ਕਦੇ ਕਿਤੇ ਕਹਿੰਦੇ ਨੇ, ਕਦੇ ਕਿਤੇ ਹੁਣ ਕਹਿੰਦੇ ਨੇ ਅੰਡਰਗਰਾਊਂਡ ਚੱਲਦੀ ਹੈ ਜ਼ਮੀਨ ਦੇ ਥੱਲੇ। ਅਸਲ 'ਚ ਸਰਸਵਤੀ ਤਾਂ ਹੈਗੀ ਗੁਰਮਤਿ, ਕਿਤੇ ਅੰਦਰ ਚੱਲਦੀ ਹੈ ਹਿਰਦੇ 'ਚ, ਕਿਤੇ ਬਾਹਰ ਪ੍ਰਗਟ ਹੋ ਜਾਂਦੀ ਹੈ। ਅੰਦਰ ਤਾਂ ਸਾਰਿਆਂ ਦੇ ਹੁੰਦੀ ਹੋਈ ਹੈ। ਅੰਦਰੋਂ ਅਸੀਂ ਮੰਨਦੇ ਹਾਂ ਵੀ ਪਰਮੇਸ਼ਰ ਹੈਗਾ। ਕੋਈ ਪਰਮਾਤਮਾ ਕਹਿ ਦਿੰਦਾ ਹੈਗਾ, ਪਰ ਕੌਣ ਹੈ, ਕਿੱਥੇ ਹੈ, ਕੀ ਹੈ, ਉਹਦੇ ਬਾਰੇ ਜਾਣਕਾਰੀ ਨਹੀਂ ਬਹੁਤੀ ਲੋਕਾਂ ਕੋਲ ਰਹਿੰਦੀ। ਹਮੇਸ਼ਾ ਮੰਨਦੇ, ਅੰਦਰੋਂ ਮੰਨਦੇ ਨੇ, ਬਾਹਰ ਨਹੀਂ ਦੱਸ ਸਕਦੇ। ਬਾਹਰੋਂ ਮਿਲਦਾ ਨਹੀਂ ਕਿਤੇ, ਕੋਈ ਦੱਸਣ ਵਾਲਾ ਨਹੀਂ ਹੁੰਦਾ ਉਹ ਕੀ ਹੈ। ਇਹ ਜਿਹੀ ਹਾਲਤ ਹੁਣ ਭਾਵੇਂ ਗ੍ਰੰਥਾਂ 'ਚ ਦਾ ਪਿਆ,
ਗ੍ਰੰਥਾਂ ਜਾਣਕਾਰੀ ਹੁੰਦੀ ਹੈ, ਸਮਝਣ ਦੀ ਘਾਟ ਹੁੰਦੀ ਹੈ ਉਹਨੂੰ। ਗੁਰਬਾਣੀ ਨੂੰ ਵੀ ਸਮਝਣ ਦੀ ਉਹ ਘਾਟ ਹੈ, ਘਾਟ ਸਮਝਣ ਦੀ ਹੈ। ਕਿਉਂਕਿ ਜੋ ਉਹਨਾਂ ਨੇ ਗਲਤ ਪਰੰਪਰਾਵਾਂ ਪਾਤੀਆਂ, ਬਾਹਰ ਆਕਾਸ਼ ਗੰਗਾ ਬਣਾਤੀ ਉੱਤੇ ਤਾਰਿਆਂ ਦੀ, ਉਹਨੂੰ ਕਹਿਣ ਲੱਗੇ। ਜਿਵੇਂ ਅੰਮ੍ਰਿਤ ਸਰੋਵਰ ਬਾਹਰ ਬਣਾਤਾ, ਅੰਮ੍ਰਿਤ ਪੌੜ ਨੂੰ ਕਹਿਣ ਲੱਗੇ। ਇਹ ਜਿਹੜੇ ਭਾਸ਼ਾ ਬਦਲ ਦਿੰਦੇ ਨੇ ਨਾ, ਮਿਕਸਅਪ ਕਰ ਦਿੰਦੇ ਨੇ। ਗ੍ਰੰਥ ਪੜ੍ਹ ਕੇ ਸਮਝਣ 'ਚ ਦਿੱਕਤ ਆਉਂਦੀ ਹੈ। ਫਿਰ ਇੱਦਾਂ ਨਹੀਂ ਕਰਨਾ ਚਾਹੀਦਾ। ਅੱਗੇ ਸਮਝਣ ਵਾਲਿਆਂ ਵਾਸਤੇ ਪ੍ਰੋਬਲਮ ਖੜੀ ਹੋ ਜਾਂਦੀ ਹੈ, ਪਰ ਫਿਰ ਕਰਦੇ ਰਹਿੰਦੇ ਨੇ, ਪਖੰਡਵਾਦੀ ਕਰਦੇ ਰਹਿੰਦੇ ਨੇ। ਜਿਨ੍ਹਾਂ ਨੇ ਪਖੰਡ ਫੈਲਾਉਣਾ ਉਹ ਇੱਦਾਂ ਕਰਦੇ ਰਹਿੰਦੇ ਨੇ। ਹਾਂਜੀ, ਸਰਸਤੀ ਨਾਮ ਤੇ ਨਾਮ ਮੇਲ, ਉਹਨਾਂ ਨੇ ਉਹਨਾਂ ਦਾ ਸਾਰਸਵਤੀ ਰੱਖਤਾ ਬ੍ਰਾਹਮਣ। ਸਾਰਸਵਤ ਬ੍ਰਾਹਮਣ ਹੁਣ ਵੀ ਹੈਗੇ ਨੇ। ਸਰਸਵਤੀ ਦੇ ਕਿਨਾਰੇ ਰਹਿਣ ਵਾਲੇ ਰਿਸ਼ੀ ਸੀ। ਰਿਸ਼ੀ ਮੁਨੀ ਨਹੀਂ ਸੀ। ਗੰਗਾ ਦੇ ਕਿਨਾਰੇ ਰਹਿਣ ਵਾਲੇ ਮੁਨੀ ਨੇ। ਮੁਨੀਆਂ ਤੇ ਅਟੈਕ ਕਰਦਾ ਕਬੀਰ, ਰਿਸ਼ੀਆਂ ਤੇ ਨਹੀਂ ਕਰਦਾ। ਕੌਣ ਮੁਨੀ? ਜੋ ਮਨ ਕੋ ਮਾਰੇ। ਰਿਸ਼ੀ ਮਨ ਨੂੰ ਜਿੱਤਣ ਵਾਲੀ ਕੈਟਾਗਰੀ ਹੈ ਗਿਆਨ ਨਾਲ। ਮੁਨੀ ਜਿਹੜੇ ਨੇ ਸਮਾਧੀ ਲਾਉਣ ਵਾਲੇ ਨੇ। ਜਿਹੜਾ ਮਹਾਦੇਵ ਹੈ ਮੁਨੀਆਂ ਚੋਂ, ਰਿਸ਼ੀ ਨਹੀਂ ਹੈ। ਰਿਸ਼ੀ ਵੈਦਾਚਾਰੀਆ ਨੇ, ਜਿਹੜੇ ਬ੍ਰਾਹਮਣ ਨੇ ਉਹ ਰਿਸ਼ੀ ਨੇ। ਜਿਹੜੇ ਜਟਾਂ ਨਾਲ ਸਮਾਧੀ ਲਾਉਂਦੇ ਨੇ ਇਹ ਮੁਨੀ ਨੇ। ਹਾਂਜੀ, ਉਹਨਾਂ ਦਾ ਦੇਖੋ, ਰਿਸ਼ੀਆਂ ਦਾ ਵੀ ਯੋਗ ਹੈ, ਉਹ ਗਿਆਨ ਯੋਗ ਹੈ। ਗਿਆਨ ਦਾ ਬੰਦਾ ਬਣ ਰਿਹਾ ਹੈ। ਸਿੱਧਾ ਗੁਣ ਸੀ, ਸਿੱਧਾ ਉਹ ਸਮਾਧੀ ਯੋਗ ਸੀ। ਸਮਾਧੀ ਵੀ ਠੀਕ ਸੀ, ਸੁੰਨ ਸਮਾਧ ਨਾਲ ਨਹੀਂ ਹੁੰਦਾ, ਸਹਿਜ ਸਮਾਧ ਨਾਲ ਹੁੰਦਾ। ਸਹਿਜ ਗਿਆਨ ਨਾਲੇ ਹੁਣ। ਹਾਂਜੀ, ਤੀਰਥਨ ਬੀਜ ਜੇ ਸਿੱਖ ਕੀਨ, ਤੀਰਥ ਜਿਹੜੇ ਸੀ, ਜਿੱਥੇ ਤੀਰਥਾਂ ਤੋਂ ਜਾ ਕੇ, ਤੀਰਥਾਂ ਤੇ ਵੀ ਗਿਆ, ਜਿਵੇਂ ਗੁਰੂ ਨਾਨਕ ਵੀ ਤੀਰਥਾਂ ਦੇ ਗਏ, ਉੱਥੇ ਜਾ ਕੇ ਜਿਹੜੇ ਚੇਲੇ ਬਣੇ, ਪ੍ਰਭਾਵਿਤ ਹੋਏ। ਤੀਰਥ ਸੋ ਨਾਮ ਤਿਨ ਕੋ ਪ੍ਰਵੀਨ, ਉਹਨਾਂ ਦਾ ਤੀਰਥ ਨਾਂ ਰੱਖਤਾ। ਤੀਰਥੰਕਰ, ਤੀਰਥੀ, ਉਹ ਨਾਂ ਰੱਖਤਾ। ਜਿਨ ਚਰਨ ਦੱਤ ਕੇ ਗਏ ਆਣ, ਜਿਹੜੇ ਦੱਤ ਦੇ ਚਰਣੀ ਲੱਗੇ ਆ ਕੇ, ਤੇ ਭਏ ਸਰਬ ਵਿਦਿਆ ਨਿਧਾਨ, ਸਾਰੇ ਉਹ ਵਿਦਿਆ ਨਾਲ ਭਰਪੂਰ ਹੋ ਗਏ। ਕਾਹਦੀ ਵਿਦਿਆ? ਬ੍ਰਹਮ ਵਿਦਿਆ। ਬ੍ਰਹਮ ਵਿਦਿਆ ਨਾਲ ਪ੍ਰਵੀਨ ਹੋ ਗਏ, ਭਰੇ ਗਏ। ਆਤਮ ਦਰਸ਼ੀ ਹੋ ਗਏ। ਉਹਨਾਂ ਨੂੰ ਕਮ ਸੇ ਕਮ ਇਹ ਪਤਾ ਲੱਗਿਆ ਵੀ ਗਿਆਨ ਤੇ ਬਿਨਾਂ ਮੁਕਤੀ ਨਹੀਂ ਹੈ। ਬਸ ਗੁਰ ਬਿਨ ਮੁਕਤ ਨਹੀਂ ਹੈ। ਗਿਆਨ ਤੇ ਬਿਨਾਂ ਗੁਰ ਦਾ ਇੱਥੇ ਅਰਥ ਆਦਮੀ ਨਹੀਂ ਹੈ। ਆਦਮੀ ਤਾਂ ਸਾਰਿਆਂ ਦੇ ਗੁਰ ਬਣਦੇ ਨੇ। ਆਦਮੀ ਦਾ ਗੁਰ ਉਹਨਾਂ ਦਾ ਵੀ ਬਣਦਾ, ਜਿਹੜਾ ਗੁਰੂ ਗੋਰਖਨਾਥ ਨਹੀਂ ਗੁਰੂ। ਗਿਆਨ ਤਾਂ ਦੇ ਨਹੀਂ ਰਿਹਾ, ਕੰਨ ਪਾੜ ਰਿਹਾ। ਗਿਆਨ ਨਹੀਂ ਦੇ ਰਿਹਾ, ਉਹ ਦੱਸ ਰਿਹਾ ਉਹ ਸਮਾਧੀ ਐ ਲਾਉਣੀ ਐ ਲਾਉਣੀ ਹੈ, ਉਹ ਫਿਰ ਐ ਹੋ ਜੂ, ਗੱਲਾਂ ਕਰ ਰਿਹਾ। ਹਾਂਜੀ, ਇਮ ਕਰਤ ਸਿੱਖ ਜਹਤ ਵਿਹਾਰ, ਇਸ ਤਰੀਕੇ ਨਾਲ ਜਹਾਂ ਤਹਾਂ ਫਿਰਦਾ ਤੁਰਦਾ ਸਿੱਖ ਬਣਾਈ ਜਾਂਦਾ, ਆਪਣੇ ਚੇਲੇ ਬਣਾਈ ਜਾਂਦਾ। ਦੇਖੋ ਲਫ਼ਜ਼ ਸਿੱਖ ਵਰਤ ਰਹੇ ਨੇ ਜਾਣ ਬੁੱਝ ਕੇ। ਦਸਮ ਪਾਤਸ਼ਾਹ ਵਰਤ ਰਹੇ ਨੇ ਸਿੱਖ ਲਫ਼ਜ਼। ਉਦੋਂ ਸਿੱਖ ਲਫ਼ਜ਼ ਨਹੀਂ ਹੈ ਲਿਖਿਆ ਹੋਇਆ, ਉਦੋਂ ਸ਼ਿਸ਼ ਹੈ, ਸੰਸਕ੍ਰਿਤ ਦਾ ਲਫ਼ਜ਼ ਹੋਊਗਾ। ਸਿੱਖ ਵਰਤ ਰਹੇ ਨੇ ਲਫ਼ਜ਼। ਇਹ ਸਿੱਖੀ ਦਾ ਠੇਕਾ ਲਿਆ ਇਹਨਾਂ ਦਾ, ਸਿੱਖ ਕੋਈ ਹੋਰ ਹੈ ਨਹੀਂ। ਸਿੱਖ ਲਫ਼ਜ਼ ਤਾਂ ਦਸਮ ਪਾਤਸ਼ਾਹ ਨੇ ਵਰਤੇ ਇੱਥੇ। ਇਹ ਗੁਰੀਪੁਰੀ ਭਾਰਤੀ ਸਾਰੇ ਸਿੱਖੇ ਨੇ, ਜਿੰਨੇ ਗਿਣੇ ਗਏ ਨੇ ਸਾਰੇ ਸਿੱਖ ਨੇ। ਇਹਦੇ ਸਾਰਾ ਹਿੰਦੁਸਤਾਨ ਕਵਰ ਹੋ ਜਾਂਦਾ, ਕੋਈ ਬਚਦਾ ਨਹੀਂ ਹੈ। ਦੇਖੋ ਤੀਰਥ ਵੀ ਆ ਗਏ, ਪਿੰਡ ਵੀ ਆ ਗਏ, ਸ਼ਹਿਰ ਵੀ ਆ ਗਏ, ਪਹਾੜ ਵੀ ਆ ਗਏ, ਉਹ ਛੋਟੇ ਪਹਾੜ ਵੀ ਆ ਗਏ ਸਮੁੰਦਰ ਦੇ ਵਿਚਾਲੇ। ਦੇਖੋ ਬਚਿਆ ਕੌਣ ਨੇ? ਇਹ ਕਿਵੇਂ ਕਹਿ ਦੇਣਗੇ ਆ ਸਿੱਖ ਉਹ ਨਹੀਂ ਹੈ? ਇੱਥੇ ਕੋਈ ਕੇਸਾਂ ਦੀ ਗੱਲ, ਕੋਈ ਵਰਦੀ ਦੀ ਗੱਲ, ਕੋਈ ਭੇਖ ਦੀ ਗੱਲ, ਕੋਈ ਖਾਣ ਪੀਣ ਦੀ ਗੱਲ ਸਿੱਖ ਦੀ ਹੈ? ਇੱਥੇ ਨਹੀਂ ਹੈ, ਇਹਨਾਂ ਦੇ ਪਿਓ ਦਾ ਰਾਜ ਹੈ। ਇਹ ਕਿਵੇਂ ਕਰ ਲੈਣਗੇ? ਅਦਾਲਤ 'ਚ ਇਹੀ ਚੀਜ਼ਾਂ ਪੇਸ਼ ਹੋਣਗੀਆਂ। ਜੇ ਪੰਜਾ ਪੈ ਗਿਆ ਅਦਾਲਤ 'ਚ ਇਹ ਚੀਜ਼ਾਂ ਪੇਸ਼ ਹੋਣਗੀਆਂ। ਉਹ ਤਾਂ ਮੰਨ ਬੈਠੇ ਵੀ ਦਸਮ ਗ੍ਰੰਥ ਦਸਮ ਪਾਤਸ਼ਾਹ ਦਾ।
ਤੇ ਗਵਾਹੀ ਕੌਣ ਦਊਗਾ? ਦੱਸੂਗਾ ਕੌਣ? ਜਿਹਦਾ ਪੰਥ ਆ ਉਹੀ ਦੱਸੂਗਾ। ਭਾਈ ਜਿਹਨੇ ਪੰਥ ਚਲਾਇਆ ਉਹ ਦੱਸੂਗਾ ਮੇਰੇ ਸਿੱਖ ਕੌਣ ਨੇ ਕੌਣ ਨਹੀਂ ਹੈ, ਕਿਹੋ ਜਿਹੇ ਸਿੱਖ ਹੁੰਦੇ ਨੇ। ਹਿੰਦੂ ਸਿੱਖ ਮੰਨਦੇ ਨੇ। ਇਹ ਤੁਸੀਂ ਨਾਂ ਬਦਲ ਲਓ, ਸਿੱਖਾਂ ਦੇ ਕੁਝ ਹੋਰ ਰੱਖ ਲਓ। ਸਿੱਖ ਤਾਂ ਕਬਰ ਹੋ ਗਏ ਇੱਥੇ ਆ ਕੇ। ਸਿੱਖ ਸਾਰੇ ਹੀ ਨੇ। ਈਵਨ ਸਿੱਖ ਤਾਂ ਦੇਖੋ ਇਸ ਆਦਮੀ ਸਿੱਖ ਤਾਂ ਨੇ ਕਿ ਇਹ ਭਾਸ਼ਾ ਜਿਹੜੀ ਸਾਡੇ ਕੋਲ ਗ੍ਰੰਥਾਂ ਦੀ ਹੈ ਸਿਰਫ ਆਦਮੀ ਵਾਸਤੇ ਹੀ ਹੈ, ਜਾਨਵਰਾਂ ਵਾਸਤੇ ਨਹੀਂ। ਉਹ ਤਾਂ ਜਾਨਵਰ ਵੀ ਸਿੱਖ ਨੇ, ਪਰ ਉਹ ਡਾਇਰੈਕਟ ਪਰਮੇਸ਼ਰ ਦੇ ਸਿੱਖ ਨੇ, ਉਹ ਸ਼ਬਦ ਗੁਰੂ ਦੇ ਸਿੱਖ ਨੇ, ਉਹ ਅੰਦਰ ਉਹਨਾਂ ਦੇ ਵੀ ਉਹ ਚੱਲਦਾ। ਉਹ ਹੋਰ ਤਰ੍ਹਾਂ ਦੇ ਸਿੱਖ ਨੇ, ਉਹ ਉਹਦੇ ਸਿੱਖ ਨੇ ਗਾਹਾਂ। ਅਸੀਂ ਕਿਸੇ ਆਦਮੀ ਦੇ ਸਿੱਖ, ਇੱਥੇ ਆਦਮੀ ਦੇ ਸਿੱਖ ਦੀ ਗੱਲ ਚੱਲਦੀ ਹੈ। ਜਾਨਵਰ ਜਾਨਵਰਾਂ ਦੇ ਸਿੱਖ ਨਹੀਂ ਹੈ ਕਿਸੇ ਦੇ। ਜਾਨਵਰਾਂ ਦਾ ਆਪਸ ਵਿੱਚ ਕੋਈ ਗੁਰੂ ਨਹੀਂ, ਗੁਰਦੇਵ ਨਹੀਂ ਹੁੰਦਾ। ਦਰਖਤਾਂ ਦੇ ਵਿੱਚ ਕੋਈ ਗੁਰਦੇਵ ਨਹੀਂ ਹੁੰਦਾ, ਪੰਛੀਆਂ ਦੇ ਵਿੱਚ ਕੋਈ ਗੁਰਦੇਵ ਨਹੀਂ, ਪਸ਼ੂਆਂ 'ਚ ਕੋਈ ਗੁਰਦੇਵ ਨਹੀਂ। ਆਦਮੀ ਇੱਕ ਐਸਾ ਪਸ਼ੂ ਹੈ ਜਿਹਦੇ ਵਿੱਚ ਗੁਰਦੇਵ ਵੀ ਹੈ, ਗ੍ਰੰਥ ਵੀ ਹਨ, ਤੀਰਥ ਵੀ ਹਨ, ਸਿੱਖਿਆ ਵੀ ਹੈ, ਗਿਆਨ ਵੀ ਹੈ, ਪ੍ਰਚਾਰਕ ਵੀ ਹਨ, ਮੰਦਰ ਵੀ ਹਨ, ਸਭ ਕੁਛ ਹੈ। ਸਿਸਟਮ ਹੈ ਬਾਕਾਇਦਾ ਇੱਕ, ਜਿਹਨੂੰ ਨਹੀਂ ਪਤਾ ਉਹਨੂੰ ਦੱਸ ਦੇਣ ਦਾ। ਹਾਂਜੀ, ਇਮ ਕਰਤ ਸਿੱਖ ਜਹ ਤੈ ਵਿਹਾਰ। ਇਵੇਂ ਵਿਹਾਰ ਕਰਦੇ ਕਰਦੇ ਲੋਕ ਜਿਹੜੇ ਕੰਮਕਾਰ ਕਰਦੇ, ਜਿਹੜੇ ਦੇਖੋ ਸਾਰੇ ਵਿਹਾਰ ਕਰਦੇ ਨੇ, ਕੰਮਕਾਰ ਨਹੀਂ ਛੜਾਇਆ ਕਿਸੇ ਦਾ। ਜੋ ਵੀ ਕੋਈ ਕੰਮ ਕਰਦਾ ਸੀ ਕਰੀ ਜਾਵੇ। ਦੱਤ ਨਹੀਂ ਵਿਹਾਰ ਕਰਦਾ। ਦੱਤ ਕੀ ਵਿਹਾਰ ਕਰਦਾ? ਇਹ ਦੱਤ ਦਾ ਵੀ ਇਹੀ ਵਿਹਾਰ ਲਾ ਲਓ, ਇਹੀ ਵਿਹਾਰ ਕਰਦਾ। ਉਹ ਇਹੀ ਕੰਮ ਹੈ ਦੱਤ ਨੂੰ। ਦੱਤ ਨੂੰ ਵੀ ਇਹੀ ਕੰਮ ਹੈ। ਬਾਕੀ ਜਿਵੇਂ ਜਿਵੇਂ ਕੋਈ ਕੰਮ ਕਰਦਾ ਸੀ, ਕੰਮ ਨਾਲ ਕੋਈ ਕਿੱਤੇ ਨਾਲ ਵੀ ਕੋਈ ਰੌਲਾ ਨਹੀਂ ਹੈ ਸਿੱਖੀ ਦਾ। ਜਿਵੇਂ ਉਹਨਾਂ ਨੇ ਕਿਹਾ ਸੀ ਨਾ ਵੀ ਆ ਜੀ ਨੀਚ ਕਰਮ, ਜਿਹੜੇ ਡੰਗਰ ਚੱਕਦੇ ਸੀ ਇਹ ਨਹੀਂ ਸਿੱਖ ਬਣ ਸਕਦੇ, ਉਹ ਵੀ ਇੱਥੇ ਪਾਬੰਦੀ ਨਹੀਂ ਹੈ। ਉਸ ਵੇਲੇ ਨਹੀਂ ਸੀ, ਬਾਅਦ 'ਚ ਕੀਤੀ ਇਹਨਾਂ ਨੇ। ਦੱਤ ਵੇਲੇ ਨਹੀਂ ਹੈ ਬਿਲਕੁਲ ਵੀ ਕੋਈ ਪਾਬੰਦੀ। ਆਹ ਸਿੱਖ ਬਣੂਗਾ, ਆ ਧਾਰਨ ਕਰੂਗਾ, ਧਰਮਾ ਨਹੀਂ ਕਰੂਗਾ, ਇੱਥੇ ਕੋਈ ਪਾਬੰਦੀ ਨਹੀਂ। ਇਹ ਬਾਅਦ 'ਚ ਕੀਤੀ ਹੈ, ਪੰਡਤ ਬਾਟ ਪੜੀ ਹੈ, ਜਦ ਸਿਮਰਤੀਆਂ ਜਾ ਕੇ ਹੋਈ ਹੈ ਗੱਲ। ਅਸੀਂ ਪਿੱਛੋਂ ਚੱਕੀ ਹੈ ਗੱਲ, ਜਿੱਥੋਂ ਧਰਮ ਸ਼ੁਰੂ ਹੋਇਆ ਗੁਰੂ ਸਾਹਿਬ ਨੇ ਪਿੱਛੋਂ ਚੱਕੀ ਹੈ। ਬਾਅਦ ਦੇ ਵਿੱਚ ਤੁਹਾਨੂੰ ਕਿਹਨੂੰ ਅਥਾਰਟੀ ਸੀ, ਕਿਹਦੀ ਆਗਿਆ ਨਾਲ ਕੀਤਾ? ਤੁਸੀਂ ਇਹ ਜਿਹੜੇ 4 ਵਰਣ ਬਣਾਏ ਉਹ ਕਿਹਨੇ ਕਹੇ ਸੀ ਤੁਹਾਨੂੰ ਬਣਾਉਣ ਨੂੰ? ਪਰਮੇਸ਼ਰ ਨੇ ਤਾਂ ਭਗਤ ਬਣਾ ਤੇ ਪੈਦਾ ਕਰਤੇ ਉਹਨਾਂ ਦੇ ਵਿੱਚ। ਤੁਸੀਂ ਕਹਿੰਦੇ ਨਾਮ ਨਹੀਂ ਜਪ ਸਕਦੇ, ਇਹਨਾਂ ਦਾ ਨਾਮ ਜਪਿਆ ਫੜ ਲਈ, ਮੈਨੂੰ ਫੜ ਨਹੀਂ ਲੱਗਣਾ। ਤੁਹਾਡੇ ਨੂੰ ਫੜ ਨਹੀਂ ਲੱਗਿਆ, ਉਹਨਾਂ ਦੇ ਫੜ ਲੱਗ ਗਿਆ, ਰਵਿਦਾਸ ਦੇ ਫੜ ਲੱਗ ਗਿਆ, ਕਾਸ਼ੀ 'ਚ ਲੱਗ ਗਿਆ ਫੜ। ਉਹ ਤੁਹਾਡੇ ਦਾ ਘਰ ਦੇ ਦਰਾਮੂਰੇ ਲੱਗ ਗਿਆ ਫੜ ਬੂਟੇ ਨੂੰ। ਤੁਸੀਂ ਬਥੇਰਾ ਪੁੱਟਾ ਹਟੇ, ਔਰ ਰੱਖਣ ਵਾਲਾ ਕੌਣ ਸੀ? ਫੜ ਲਾਉਣ ਵਾਲਾ ਤਾਂ ਹੋਰ ਕੋਈ ਹੈ। ਹਾਂਜੀ, ਆਸ਼ਰਮ ਬੀਜ ਜੋ ਜੋ ਨਿਹਾਰ। ਹਾਂ, ਆਸ਼ਰਮ ਉੱਥੇ ਉਦੋਂ ਵੀ ਸੀ, ਜਿਵੇਂ ਡੇਰੇ ਨੇ ਸੰਤਾਂ ਦੇ, ਉਦੋਂ ਆਸ਼ਰਮ ਕਹਿੰਦੇ ਸੀ। ਉਹਨੇ ਆਸ਼ਰਮ ਹੀ ਬਣਾਇਆ ਸੀ। ਇਹਨੇ ਆਪਣਾ ਜੋਸ਼ੀ ਨੇ ਆਸ਼ਰਮ ਨਹੀਂ ਬਣਾਇਆ ਉੱਥੇ, ਪਹਿਲਾਂ ਆਸ਼ਰਮ ਨੇ ਨਾਮ ਰੱਖਿਆ ਸੀ, ਕਿਉਂਕਿ ਜੋਸ਼ੀ ਜੋ ਹੈ ਪੰਡਤ ਜੋਸ਼ੀ ਹੈ, ਆਸ਼ਰਮ ਨੇ ਰੱਖਣਾ ਸੀ ਲੋਕ। ਉਹ ਫਿਰ ਬਦਲਿਆ, ਉਹਨੇ ਕਹਾ ਵੀ ਇਹ ਤਾਂ ਮੈਂ ਉਲਟਾ ਨਾਮ ਰੱਖ ਲਿਆ। ਜਿਹੜੇ ਆਸ਼ਰਮ ਸੀ ਉੱਥੇ ਚੇਲੇ ਰਹਿੰਦੇ ਸੀ, ਉਹ ਸੰਤ ਹੁੰਦੇ ਸੀ ਜਿਹੜੇ ਗੁਰੂ ਬਣੇ, ਉਹ ਸਿੱਖਿਆ ਦਿੰਦੇ ਹੁੰਦੇ ਸੀ ਉਹਨਾਂ ਨੂੰ, ਧਰਮ ਦੀ ਸਿੱਖਿਆ ਦੇਣੀ, ਧਰਮ ਦੇ ਰਾਹ 'ਤੇ ਪ੍ਰੈਕਟੀਕਲ ਉਹਨਾਂ ਨੂੰ ਜੀਵਨ ਉਹਨਾਂ ਦਾ ਪ੍ਰੈਕਟੀਕਲ ਬਣਾਉਣਾ। ਜਿਵੇਂ ਯੂਨੀਵਰਸਿਟੀ 'ਚ ਪੜ੍ਹਦੇ ਨੇ ਸਾਡੇ ਜਾ ਕੇ, ਆਸ਼ਰਮ ਦੇ ਵਿੱਚ ਤਾਂ ਫਿਰ ਜ਼ਿੰਦਗੀ ਲਾ ਦਿੰਦੇ ਸੀ। ਜਿਹੜਾ ਆਸ਼ਰਮ ਚਲਿਆ ਗਿਆ ਉਹ ਤਾਂ ਫਿਰ ਜੀਵਨ ਇੱਧਰ ਲੱਗ ਗਿਆ ਉਹਦਾ। ਆਸ਼ਰਮਾਂ ਦੇ ਵਿੱਚ ਜਾ ਕੇ ਜਿਹੜੇ ਜਿਹੜੇ ਸਿੱਖ ਬਣਾਏ, ਤਹਿ ਤਹੀਂ ਸਿੱਖ ਜੋ ਕੀਨ ਜਾਏ। ਉੱਥੇ ਉੱਥੇ ਜਾ ਕੇ ਜਿਹੜੇ ਸਿੱਖ ਬਣਾਏ ਆਸ਼ਰਮਾਂ ਦੇ ਵਿੱਚ, ਆਸ਼ਰਮ ਸੁਨਾਮ ਤਿਨ ਕੋ ਸਹਾਏ। ਆਸ਼ਰਮ ਹੀ ਉਹਨਾਂ ਦਾ ਨਾਮ ਪੈ ਗਿਆ। ਹੁਣ ਗੁਰੂ ਸਾਹਿਬ ਗਏ ਨੇ, ਦੇਖੋ ਆਸ਼ਰਮਾਂ ਤੇ ਹੀ ਗਏ ਨੇ ਗੁਰੂ ਨਾਨਕ। ਜਿੱਥੇ ਸਾਧੂ ਸੰਤ ਬੈਠੇ ਤਾਂ ਉਹੀ ਆਸ਼ਰਮ ਹੁੰਦਾ ਉਹਨਾਂ ਦਾ। ਉਹਨਾਂ ਨੇ ਗੁਰੂ ਨਾਨਕ ਨੂੰ ਮੰਨਿਆ, ਉਦੋਂ ਬਾਅਦ ਦੇ ਵਿੱਚ ਮੰਨਿਆ। ਉੱਥੇ ਦਸਮ ਪਾਤਸ਼ਾਹ ਦਾ ਆਉਂਦਾ ਹੀ ਰਾਹ ਦੇ ਵਿੱਚ। ਜਿਹੜੇ ਪ੍ਰਭਾਵ ਪਿਆ ਹੋਇਆ ਗੁਰਮਤਿ ਨੂੰ ਮੰਨਦੇ ਨੇ ਲੋਕ ਸਾਰੇ, ਉਦੋਂ ਦਾ ਹੀ ਚੱਲਿਆ ਹੋਇਆ। ਉਹ ਵੀ ਆਸ਼ਰਮ ਹੀ ਸੀ ਕਿਸਮ ਦਾ, ਜਿੱਥੋਂ ਫਿਰ
ਗੁਰੂ ਨਾਨਕ ਤੋਂ ਬਾਅਦ ਫਰੀਦ ਆਇਆ, ਉੱਥੇ ਬੈਠ ਕੇ ਗੱਲਬਾਤ ਕੀਤੀ, ਉਹ ਬੰਨੇ ਹੋਣਗੇ ਜ਼ਰੂਰ, ਹਾਂ ਠੀਕ ਹੈ, ਕਿਉਂਕਿ ਜਿੱਥੇ ਤੱਕ ਉਹਨਾਂ ਦੀ ਵਿਚਾਰਧਾਰਾ ਹੈ ਇਸਲਾਮ ਦੀ, ਉਹ ਦੱਸਦੀ ਉਹਨਾਂ ਨੇ, ਭਾਈ ਇੱਥੇ ਤੱਕ ਤਾਂ ਤੁਹਾਡੀ ਠੀਕ ਹੈ। ਮੁਸਲਮਾਨ ਕਹਾਵਣ ਮੁਸ਼ਕਲ ਹੋਏ ਤਾਂ ਮੁਸਲਮਾਨ ਕਹਾਏ, ਉਹਨਾਂ ਨੇ ਮੰਨਿਆ ਨਹੀਂ। ਇਸਲਾਮ 'ਚ ਕੋਈ ਬੁਰੀ ਗੱਲ ਨਹੀਂ ਹੈ, ਇਸਲਾਮ ਮੁਸਲਮਾਨ ਬੜੀ ਮੁਸ਼ਕਲ ਗੱਲ ਹੈ ਮੁਸਲਮਾਨ ਬਣਨਾ, ਪਰ ਮੁਸਲਮਾਨ ਜੇ ਹੋਵੇ ਤਾਂ ਕਹਾਵੇ, ਚੰਗੀ ਗੱਲ ਹੈ, ਨਹੀਂ ਤਾਂ ਫਿਰ ਮੁਸਲਮਾਨ ਜਿਹੜਾ ਇਸਲਾਮ ਨੂੰ ਬਦਨਾਮ ਕਰਨ ਵਾਲੀ ਗੱਲ ਹੋਊਗੀ। ਸਾਡੇ ਸਿੱਖਾਂ ਨੇ ਸਿੱਖੀ ਬਦਨਾਮ ਕਰ ਦਿੱਤੀ, ਹੁਣ ਭੀੜ ਇਕੱਠੀ ਕਰ ਲਓ, ਸਿੱਖ ਕੋਈ ਵੀ ਨਹੀਂ। ਮੈਸੇਜ ਕੀ ਜਾਊਗਾ ਦੁਨੀਆ ਨੂੰ? ਸਿੱਖ ਇਹੋ ਜਿਹੇ ਹੁੰਦੇ ਨੇ, ਸਿੱਖ ਅੱਤਵਾਦੀ ਹੁੰਦੇ ਨੇ, ਸਿੱਖ ਡਕੈਤ ਹੁੰਦੇ ਨੇ, ਚੰਗਾ ਮੈਸੇਜ ਨਹੀਂ ਹੈ। ਅੱਤਵਾਦੀ ਲੋਕਾਂ ਨੇ ਜਿਹੜਾ ਨਾਂ ਧਰਿਆ ਗਲਤ ਨਹੀਂ ਧਰਿਆ, ਜੋ ਤੁਹਾਡਾ ਕਰਮ ਸੀ ਉਹ ਜਿਹਾ ਨਾਂ ਪੈ ਗਿਆ। ਇੱਕ ਦੋ ਚਾਰ ਆਦਮੀ ਰੱਖ ਲੈਣਗੇ, ਵਰਡ ਨਹੀਂ ਰੱਖ ਸਕਦੀ ਨਾਂ, ਸਾਰੇ ਨਹੀਂ ਪੈਦਾ ਹੁੰਦਾ ਕਦੇ ਵੀ ਨਾਂ। ਤੁਸੀਂ ਕਹੋ ਵੀ ਸਾਡਾ ਅੱਤਵਾਦੀ ਕਿਉਂ ਕਹਿੰਦੇ ਹੋ? ਤੁਹਾਡੇ ਕਰਮ ਅੱਤਵਾਦੀ ਆਣੇ ਸੀ ਤਾਂ ਕਹਿੰਦੇ ਨੇ, ਜਿਹੋ ਜਿਹਾ ਕਰਮ ਹੋਊਗਾ ਉਹ ਜਿਹਾ ਨਾਂ ਪੈ ਜਾਊਗਾ। ਹਾਂਜੀ, ਰਨ ਬੀਜ ਜੇ ਅਭੈ ਦਤ, ਆ ਜੰਗਲਾਂ ਦੇ ਵਿੱਚ ਜਿਹੜੇ ਜਾ ਕੇ ਜਦੋਂ ਜੰਗਲਾਂ 'ਚ ਗਿਆ, ਘਣੇ ਜੰਗਲਾਂ ਦੇ ਵਿੱਚ ਗਿਆ ਦੱਤ, ਜਿੱਥੇ ਬਹੁਤੇ ਜੰਗਲਾਂ 'ਚ ਵੀ ਆਬਾਦੀ ਨਹੀਂ ਹੁੰਦੀ, ਜਿਹੜੇ ਘਣੇ ਜੰਗਲ ਸੀ ਉੱਥੇ ਵੀ ਆਬਾਦੀ ਨਹੀਂ ਹੁੰਦੀ। ਮੈਦਾਨੀ ਇਲਾਕੇ 'ਚ, ਮੈਦਾਨੀ ਇਲਾਕੇ 'ਚ ਵੀ ਬਹੁਤ ਜਿਵੇਂ ਅਫਰੀਕਾ 'ਚ ਬਹੁਤ ਜੰਗਲ ਨੇ, ਇੱਥੇ ਵੀ ਸੀਗੇ, ਹਿੰਦੁਸਤਾਨ 'ਚ ਵੀ ਸੀ। ਉੱਥੇ ਜਦੋਂ ਗਿਆ, ਸੰਨਿਆਸ ਰਾਜ ਪਤੀ ਬਿਮਲ ਮਤ, ਸੰਨਿਆਸ ਰਾਜ ਦਾ ਬਾਨੀ ਔਰ ਵਿਵੇਕ ਬੁੱਧੀ ਵਾਲਾ, ਬਿਮਲਵੰਤ ਕਹਿੰਦੇ ਵਿਵੇਕ ਮਤ ਵਾਲਾ, ਵਿਵੇਕ ਬੁੱਧੀ ਵਾਲਾ। ਤਹਿ ਤਹਿ ਸੋ ਕੀਨ ਜੇ ਸਿੱਖ ਜਾਏ, ਉੱਥੇ ਜਿਹੜੇ ਸਿੱਖ ਕੀਤੇ ਘਣੇ ਜੰਗਲਾਂ 'ਚੋਂ ਜਾ ਕੇ, ਆ ਰਣੀ ਨਾਮ ਤਿਲ ਕੋ ਰਖਾਏ, ਉਹਨਾਂ ਦਾ ਆਰਡੀ ਨੋ ਹੋ ਗਿਆ। ਇਹ ਲੋਕ ਉੱਥੇ ਆਬਾਦੀ ਨਹੀਂ ਸੀ ਹੁੰਦੀ ਜਿੱਥੇ ਰਹਿੰਦੇ ਸੀ। ਜੰਗਲ ਦੇ ਫਲ ਫੁੱਲ ਤਾਂ ਹੀ ਲਿਖਿਆ ਨਾ, ਥੋੜੇ ਬਹੁਤ ਜੰਗਲ ਦੇ ਫਲ ਖਾ ਲੈਂਦੇ ਸੀ, ਬਸ ਪਾਣੀ ਦਾ ਜ਼ਰੂਰ ਆਸਰਾ, ਪਾਣੀ ਦੇ ਕਿਨਾਰੇ ਜ਼ਰੂਰ ਹੁੰਦੇ ਸੀ। ਪਾਣੀ ਦੇ ਦਰਿਆ ਜ਼ਰੂਰ ਚੱਲਦੇ ਨੇ ਨਾ, ਪਾਣੀ ਦਾ ਕਿਨਾਰਾ ਜ਼ਰੂਰ ਮਿਲਦੇ ਸੀ। ਪਾਣੀ ਦੇ ਬਿਨਾਂ ਤਾਂ ਗੁਜ਼ਾਰਾ ਨਹੀਂ ਹੋ ਸਕਦਾ ਨਾ। ਆਦਰੀ ਛੰਦ ਆ ਜਾਨ ਬਾਹਾ ਅਤਿਸੈ ਪ੍ਰਭਾਵ, ਆ ਜਾਨ ਬਹੁਤ ਵੱਡੀ ਲੰਬੀ ਦੂਰ ਦ੍ਰਿਸ਼ਟੀ ਵਾਲਾ ਸੀ। ਆ ਜਾਨ ਬਹੁਤ ਹੈ, ਅਤਿਸੈ ਪ੍ਰਭਾਵ, ਅਤਿਸੈ ਪ੍ਰਭਾਵ, ਬਹੁਤ ਹੀ ਪ੍ਰਭਾਵਸ਼ਾਲੀ ਸੀ ਉਹਦਾ ਸਰੂਪ, ਜਿਹੜਾ ਉਹਦੀ ਸ਼ਖਸੀਅਤ ਜਿਹੜੀ ਸੀ, ਅੱਤ ਦੀ ਪ੍ਰਭਾਵ ਪਾਉਂਦੀ ਸੀ ਦੂਜੇ ਤੇ, ਬਿਨਾਂ ਕਹੇ ਸਿੱਖ ਬਣ ਜਾਂਦੇ ਸੀ। ਸਾਨੂੰ ਇਹ ਨਹੀਂ ਸੀ ਕਹਿਣਾ ਪੈਂਦਾ ਵੀ ਭਾਈ ਅਸੀਂ ਸਾਡਾ ਲਕਸ਼ ਹੈਗਾ 500 ਨੂੰ ਪੌੜ ਦੇਣ ਦਾ, ਅੰਮ੍ਰਿਤ ਛਕਾਉਣ ਦਾ, ਤਾਂ ਬਈ ਸਿਫਾਰਿਸ਼ਾਂ ਕਰੋ, ਕੋਲੋਂ ਕਿਰਪਾਨਾਂ ਦੇਵਾਂਗੇ, ਕਛਹਿਰੇ ਦੇਵਾਂਗੇ, ਅੰਮ੍ਰਿਤ ਛਕੋ। ਜੇ ਪਹਿਲਾਂ ਛਕਿਆ ਚੱਲ ਕੋਈ ਨਹੀਂ, ਦੁਬਾਰਾ ਛਕ ਲਓ, ਕੀ ਫਰਕ ਪੈਂਦਾ? ਏਦਾਂ ਨਹੀਂ ਸੀ ਕਰਦਾ, ਕਹਿਣ ਦੀ ਲੋੜ ਨਹੀਂ ਸੀ ਪੈਂਦੀ, ਪ੍ਰਭਾਵ ਸੀ ਉਹਦਾ। ਉਹ ਇਹੋ ਜਿਹਾ ਪ੍ਰਭਾਵ ਦੂਜੇ ਦਾ ਵੀ ਹੋ ਸਕਦਾ ਹੈ, ਮੇਰਾ ਵੀ ਹੋ ਸਕਦਾ ਹੈ, ਤੇਰਾ ਵੀ ਹੋ ਸਕਦਾ ਹੈ, ਉਹਦਾ ਵੀ ਹੋ ਸਕਦਾ ਹੈ। ਨਾਲ ਵੀ ਪ੍ਰਭਾਵਸ਼ਾਲੀ ਆਦਮੀ ਸੀ ਉਹਦੇ ਹੋਰ ਜਿਹੜੇ ਪਹਿਲੇ ਬਣੇ ਹੋਏ ਸੀ। ਜਿਵੇਂ ਕਿਸੇ ਕਾਲਜ ਤੋਂ ਸਕੂਲ ਚੋਂ ਪੜ੍ਹ ਕੇ ਮੁੰਡੇ ਅਫਸਰ ਲੱਗਦੇ ਨੇ, ਉਹਨਾਂ ਨੂੰ ਦੇਖ ਕੇ ਦੂਜੇ ਪੜ੍ਹਦੇ ਨੇ, ਇਸ ਕਾਲਜ ਦੇ ਤਾਂ ਬੜੇ ਬੜੇ ਅਫਸਰ ਲੱਗੇ ਹੋਏ ਨੇ, ਉਹਨਾਂ ਨੂੰ ਦੇਖ ਕੇ ਦੂਜੇ ਪੜ੍ਹਦੇ ਨੇ, ਫਿਰ ਉੱਥੇ ਐਡਮਿਸ਼ਨ ਲੈਂਦੇ ਨੇ, ਮਿਹਨਤ ਕਰਦੇ ਨੇ ਅਫਸਰ ਬਣਨ ਵਾਸਤੇ। ਉਹ ਸੰਸਾਰੀ ਅਫਸਰੀ ਹੈ, ਦੂਏ ਦਰਗਾਹੀ ਅਫਸਰੀ ਹੈ। ਦਰਗਾਹ ਦੇ ਵੀ ਤਾਂ ਅਫਸਰ ਹੈਗੇ ਹੀ ਨੇ, ਜਿੰਨੀ ਕਿਸੇ ਦੀ ਕਮਾਈ ਹੈ ਉਹ ਜਿਹਾ ਅਫਸਰ ਹੈ। ਚਾਹੇ ਉਹ ਅਫਸਰ ਲੋਕਾਂ ਨੂੰ ਲੱਗਦਾ ਉਹ ਆਪ ਦਾ ਆਸੇ ਹੁੰਦਾ, ਜੋ ਬੜਾ ਹੋਈ ਜਾਂਦਾ। ਉੱਤੇ ਨੂੰ ਜਾਣਾ ਔਖਾ ਹੈ, ਥੱਲੇ ਨੂੰ ਜਾਣਾ ਸੌਖਾ ਹੈ। ਥੱਲੇ ਨੂੰ ਜਾਣਾ ਸੌਖਾ ਹੈ, ਥੱਲੇ ਨੂੰ ਚਲੇ ਜਾਓ ਤਾਂ ਵੀ ਉਨੀ ਦੂਰ ਹੈ, ਉੱਤੇ ਨੂੰ ਚਲੇ ਜਾਓ ਤਾਂ ਵੀ ਉਨੀ ਦੂਰ ਹੈ। ਜਿੱਧਰ ਨੂੰ ਆਸਾਨ ਹੈ ਉੱਧਰ ਨੂੰ ਜਾਓ। ਨੀਵਾਂ ਉਤਰੋਗੇ ਤਾਂ ਵੀ ਉਨੀ ਦੂਰ ਹੈ। ਭਵਸਾਗਰ ਓਨਾ ਹੀ ਹੈ ਦੂਰ, ਓਨਾ ਹੀ ਭਵਸਾਗਰ ਹੈ। ਚਾਹੇ ਉੱਤੇ ਨੂੰ ਚਲੇ ਜਾਓ, ਚਾਹੇ ਸਾਈਡ ਨੂੰ ਚਲੇ ਜਾਓ, ਚਾਹੇ ਥੱਲੇ ਨੂੰ ਚਲੇ ਜਾਓ।
ਥੱਲੇ ਦਾ ਜਾਂ ਚੀਜ਼ ਆਪੇ ਜਾਂਦੀ ਹੈ। ਜਹਾਜ਼ ਉੱਤੇ ਨੂੰ ਜਾਣਾ ਔਖਾ ਹੈ, ਇੰਜਣ ਬੰਦ ਕਰ ਦੋ ਥੱਲੇ ਦਾ ਆਪੇ ਆ ਡਿੱਗਦਾ। ਉੱਤੋਂ ਸਿੱਧੀ ਥੱਲੇ ਤਾਂ ਆਪੇ ਆ ਜਾਂਦੀ ਹੈ ਚੀਜ਼, ਥੱਲੇ ਨੂੰ ਸਕਾਲਿਆ ਜਾਣਾ। ਇਸ ਕਰਕੇ ਉੱਪਰ ਨੂੰ ਨਹੀਂ ਗਏ, ਨਿਵੇਂ ਸਗੋਰਾ ਹੋਏ ਕਿਹਾ ਗੁਰਬਾਣੀ ਨੇ। ਉਹ ਸਕਾਲਾ ਉੱਪਰ ਤਾਂ ਹੰਕਾਰ, ਉੱਪਰ ਖਤਰਾ ਹੀ ਖਤਰਾ ਹੈ ਨਾ, ਉੱਪਰ ਖਤਰਾ ਹੈ। ਉਹ ਕਹਿੰਦੇ ਇੱਕ ਉਹ ਇਹਨਾਂ ਦਾ ਬਣਾਇਆ ਹੈ ਬੋਧੀਆਂ ਦਾ, ਖਜੂਰ ਤੇ ਉਹ ਚੜ੍ਹਦਾ ਹੈ ਬੰਦਾ, ਉਹ ਨੇੜੇ ਚਲੇ ਜਾਂਦਾ ਖਜੂਰਾਂ ਦੇ, ਉਹ ਤੋਂ ਥੱਲੇ ਗਿਰ ਜਾਂਦਾ, ਖੱਲੇ ਗਿਰ ਜਾਂਦਾ, ਗਿਰਦਾ ਦਿਖਾਲ ਦਿੰਦੇ ਨੇ। ਉਹ ਫਿਰ ਉਹਦੀ ਕਿਤੇ ਆ ਗੋਡੇ ਦੀ ਹੱਡੀ ਪਈ ਹੈ, ਕਿਤੇ ਖੋਪੜੀ ਪਈ ਹੈ, ਕਿਤੇ ਬਾਂਹ ਦੀ ਹੱਡੀ ਪਈ ਹੈ, ਉਹ ਪਿੰਜਰਾ ਜਿਹਾ ਖੰਡਿਆ ਜਿਹਾ ਦਿਖਾ ਦਿੰਦੇ ਨੇ। ਫਿਰ ਉਹਦਾ ਥੱਲੇ ਉਹਨਾਂ ਨੇ ਸ਼ਲੋਕ ਲਿਖਿਆ ਹੋਇਆ, ਸਾਧੂ ਜੀਵਨ ਕਠਨ ਹੈ ਜੈਸੇ ਪੇੜ ਖਜੂਰ, ਚੜੇ ਤੋਂ ਚਾਕੇ ਪ੍ਰੇਮ ਰਸ, ਗਿਰੇ ਤੋਂ ਚਕਨਾ ਚੂਰ। ਜੇ ਜੀਵਨ ਚੋਂ ਡਿੱਗ ਗਏ ਫਿਰ ਵਜਦਾ ਵੀ ਕੱਖ ਨਹੀਂ ਹੈ। ਉਹਨਾਂ ਨੇ ਇਹ ਭੈ ਵੀ ਦਿੱਤਾ ਹੋਇਆ ਵੀ ਇਹ ਰਸਤੇ ਜਿਹੜੇ ਜਾਣ ਖਤਰਨਾਕ, ਉੱਚਾ ਨਹੀਂ ਜੜੀਦਾ ਹੁੰਦਾ। ਜੇ ਉੱਚਾ ਚੜੂ ਤਾਂ ਹੀ ਡਿੱਗੂ, ਜਿਹੜਾ ਪਹਿਲਾਂ ਹੀ ਡਿੱਗਦਾ ਥੱਲੇ ਨੂੰ ਉਹਨੇ ਕੀ ਡਿੱਗਣਾ। ਪੁੱਠਾ ਰਸਤਾ ਉਹਨਾਂ ਦਾ, ਤਾਂ ਉਹਨਾਂ ਨੂੰ ਕਹਿਣਾ ਪਿਆ ਰਸਤਾ ਪੁੱਠਾ। ਹਾਂ, ਉਹ ਜਲ ਕੀ ਮਛਲੀ ਚੜੀ ਖਜੂਰ ਤਾਂ ਹੀ ਕਿਹਾ ਸੀ ਕਬੀਰ ਨੇ, ਜਾਂ ਖਜੂਰ ਤਾਂ ਚੜੂਗੀ ਮਰੂਗੀ। ਫਿਰ ਉਹ ਪ੍ਰੇਮ ਰਸ ਉੱਥੇ ਕੀ ਹੈ ਖਾਣ ਨੂੰ, ਕੰਡਿਆਂ ਜਿਹਨੇ ਖਜੂਰਾਂ ਪਈਆਂ, ਉਹ ਆਈ ਖਜੂਰਾਂ ਨੇ ਜਿਹੜੀਆਂ, ਉਹਨਾਂ ਖਜੂਰਾਂ ਦੇ ਮੱਖੀਆਂ ਬਹਿੰਦੀਆਂ ਨੇ। ਆਹੋ, ਉਹੜੀਆਂ ਖਜੂਰਾਂ ਇਹ ਕਹਿੰਦੇ ਨੇ ਸੰਸਾਰ, ਉਹ ਤਾਂ ਮੱਖੀਆਂ ਬਹਿੰਦੀਆਂ ਨੇ। ਇਹ ਖਜੂਰ ਜਿਹੜੀ ਰੱਬ ਖਜੂਰੀ ਮਿੱਠੀਆਂ ਜਿਹੜੀਆਂ ਨੇ ਨਾ, ਉੱਥੇ ਨਹੀਂ ਮੱਖੀ ਪੈਂਦੀ, ਉੱਥੇ ਬਸ ਇੰਨਾ ਹੀ ਫਰਕ ਹੈ ਉਹਨਾਂ ਨੂੰ। ਤਾਂ ਹੀ ਉਹਨੇ ਫਿਰ ਫਰੀਦ ਨੇ ਕਿਹਾ, ਖਜੂਰ ਦੀ ਗੱਲ ਪਹਿਲਾਂ ਹੀ ਚੱਲਦੀ ਸੀ ਬੁੱਧ ਮਤ ਚੋਂ, ਕੁਝ ਗੱਲਾਂ ਪਿੱਛੋਂ ਆਈਆਂ ਹੋਈਆਂ ਨੇ। ਉਹ ਸੰਤਾਂ ਕੋਲ ਗੱਲਾਂ ਸੰਤਾਂ ਦੀਆਂ ਬੈਠੇ ਕਰਦੇ ਹੁੰਦੇ ਨੇ, ਉਹ ਉਹਦੇ ਤੇ ਉਹਨਾਂ ਵਾਲੇ ਤੇ ਉਹਨਾਂ ਤੇ ਸੰਸ਼ੋਧਨ ਕਹਿ ਲਓ ਚਾਹੇ, ਜਾਂ ਉਹਨਾਂ ਨੂੰ ਸਬਕ ਕਹਿ ਲਓ ਵੀ ਭਾਈ ਇਹ ਖਜੂਰਾਂ ਨਹੀਂ ਆਏ, ਖਜੂਰਾਂ ਕਹੋ ਤਾਂ ਲੋਕਾਂ ਨੂੰ ਭੁਲੇਖਾ ਹੋ ਜਾਊਗਾ। ਫਿਰ ਤਾਂ ਖਜੂਰ ਤਾਂ ਚੜ੍ਹਨਾ ਹੀ ਰਹਿ ਗਿਆ। ਹਾਂਜੀ, ਅਵਿਅਕਤ ਤੇਜ ਸੰਨਿਆਸ ਰਾਗ, ਅਵਿਅਕਤ ਤੇਜ ਸੰਨਿਆਸ ਰਾਜ। ਸੰਨਿਆਸ ਰਾਜ ਦੂਜਿਆਂ ਤੇ ਆਪਣਾ ਜਿਹੜਾ ਤੇਜ ਹੈ ਚਿਹਰੇ ਉਹਦਾ ਪ੍ਰਭਾਵ ਪਾ ਰਿਹਾ, ਛੱਡ ਰਿਹਾ, ਉਹਦੇ ਤੇਜ ਦਾ ਪ੍ਰਭਾਵ ਆਪਣੇ ਦਾ ਛੱਡ ਰਿਹਾ। ਜਹ ਜੈ ਬਿਹਾਰ ਮੁਨੀ ਕਰਤ ਦਤ, ਕਿਸੇ ਚੀਜ਼ ਨੂੰ ਸਮਝਾਉਣਾ ਨਾ ਵਿਅਕਤ ਕਰਨਾ ਹੁੰਦਾ, ਵਿਆਖਿਆ ਕਰਨੀ, ਵਿਅਕਤ ਕਰਨਾ। ਉਹਦਾ ਤੇਜ ਹੀ ਸਮਝਾ ਰਿਹਾ, ਕੁਛ ਪ੍ਰਭਾਵ ਹੀ ਸਮਝਾ ਰਿਹਾ ਲੋਕਾਂ ਨੂੰ, ਕੁਛ ਉਹੀ ਸਿੱਖਿਆ ਦੇ ਰਿਹਾ। ਉਹ ਦੇਖ ਕੇ ਹੀ ਸਿੱਖ ਬਣੀ ਜਾਂਦੇ ਨੇ, ਨਹੀਂ ਤਾਂ ਉਹਦੀ ਸਿੱਖਿਆ ਬਾਰੇ ਕੁਛ ਆਉਂਦੇ, ਉਹਨੇ ਆਹ ਕਿਹਾ, ਉਹਨੇ ਆਹ ਕਿਹਾ, ਉਹਨੇ ਆਹ ਕਿਹਾ, ਉਹਨੇ ਆਹ ਕਿਹਾ, ਸਿੱਖਿਆ ਬਾਰੇ ਕੁਛ ਨਹੀਂ ਕਹਿ ਰਹੇ, ਬਸ ਉਹਨੂੰ ਦੇਖ ਕੇ ਹੀ ਬਣ ਜਾਂਦੇ। ਉਹਦਾ ਜੋ ਕਹਿ ਰਿਹਾ ਪ੍ਰਭਾਵ ਇਹ ਕਹਿ ਰਿਹਾ ਹੈ। ਉਹ ਕੀ ਹੈ, ਉਹਦੀ ਅਭਿਵਿਅਕਤੀ, ਉਹਦੀ ਪਰਸਨੈਲਿਟੀ ਦੀ ਅਭਿਵਿਅਕਤੀ, ਉਹਦਾ ਤੇਜ ਚਿਹਰੇ ਦਾ ਹੀ ਕਰ ਰਿਹਾ ਹੈ। ਬੋਲ ਕੇ ਨਹੀਂ ਕਰ ਰਿਹਾ, ਬੋਲ ਕੇ ਗਿਆਨ ਦਾ ਪ੍ਰਭਾਵ ਪੈਣਾ ਨਾ, ਬਸ ਉਹਦੀ ਦੇਖਾ ਜਿਹੜੀ ਉਹਦਾ ਹੀ ਪ੍ਰਭਾਵ ਪੈ ਰਿਹਾ ਲੋਕਾਂ ਨੂੰ। ਹਾਂਜੀ, ਜੈ ਜੈ ਬਿਹਾਰ ਮੁਨੀ ਕਰਤ ਦਤ, ਜਿੱਥੇ ਜਿੱਥੇ ਮੁਨੀ ਦਤ ਵਿਹਾਰ ਕਰਦਾ ਹੈ, ਵਿਹਾਰ ਜਿਵੇਂ ਲੋਕਾਂ ਨੂੰ ਵਰਤਣਾ ਵਿਹਾਰ ਕਰਨਾ, ਬੜਾ ਨਿਮਰਤਾ ਨਾਲ ਵਰਤਦਾ ਹੈ, ਬਹੁਤ ਸ਼ਾਂਤੀ ਨਾਲ ਗੱਲ ਕਰਦਾ ਹੈ। ਕੋਈ ਐ ਨਹੀਂ ਕਹਿੰਦਾ ਵੀ ਮੈਨੂੰ ਖਾਣ ਨੂੰ ਆ ਚਾਹੀਦਾ, ਉਹ ਚਾਹੀਦਾ, ਕਿਸੇ ਨੂੰ ਕੋਈ ਤਕਲੀਫ ਨਾ ਜਿਹੜੀ ਗੱਲ ਦੀ ਹੋਵੇ, ਇਸ ਤਰੀਕੇ ਨਾਲ ਉਹਦਾ ਵਿਹਾਰ ਹੈ ਲੋਕਾਂ ਨੂੰ, ਸਿੰਪਲ ਬਿਲਕੁਲ। ਹਾਂਜੀ, ਅਨੁਭਵ ਪ੍ਰਕਾਸ਼ ਅਰ ਵਿਮਲ ਮਤ, ਅਨੁਭਵ ਪ੍ਰਕਾਸ਼। ਪ੍ਰਕਾਸ਼ ਕੈਸਾ? ਪੈ ਨਹੀਂ ਕਿਸੇ ਦੀ ਕੰਮ ਦਾ। ਉਹਨੂੰ ਐ ਨਹੀਂ ਸ਼ੰਕਾ ਹੁੰਦੀ ਵੀ ਜਿੱਥੇ ਮੈਂ ਜਾਊਂਗਾ ਜਿਹੜਾ ਸੰਤ ਬੈਠਾ ਸਾਡੀ ਮੇਰੇ ਨਾਲੋਂ ਜ਼ਿਆਦਾ ਉਹ। ਅਨਭੈ ਪ੍ਰਕਾਸ਼ ਹੈ, ਭੈ ਮੁਕਤ ਪ੍ਰਕਾਸ਼ ਹੈ। ਕਿਸੇ ਰਾਜੇ ਦਾ ਭੈ ਨਹੀਂ, ਕਿਸੇ ਬੰਦੇ ਦਾ ਭੈ ਨਹੀਂ। ਜੇ ਹੋਊਗਾ ਮੇਰੇ ਬਰਾਬਰ ਦਾ ਹੀ ਫਿਰ ਕੀ ਹੋ ਗਿਆ?
ਉਹ ਕਿਹੜਾ ਉਹਨੇ ਕਿਹੜਾ ਉਹਦੇ ਉੱਤੇ ਰਾਜ ਕਰਨਾ। ਬਈ ਜਿਹੜਾ ਚੜ ਕੇ ਜਾਂਦਾ ਭੈ ਵੀ ਕਰਦਾ। ਡਾਕੂ ਚੜ ਕੇ ਜਾਂਦੇ ਨੇ, ਡਾਕਾਵਾਂ ਭੈ ਜ਼ਰੂਰ ਹੁੰਦੀ ਉਹਨਾਂ ਨੂੰ ਵੀ ਕਿਤੇ ਕੋਈ ਅੰਦਰ ਵਾਲੇ ਕੋਲ ਨਾ ਕਿਸੇ ਕੋ ਹੋਵੇ। ਕਈ ਵਾਰ ਅੰਦਰ ਵਾਲੇ ਕੋਈ ਹੋਰ ਹਥਿਆਰ ਮਾਰ ਕੇ ਡਾਕੂ ਦੇ ਜ਼ਖਮੀ ਕਰਕੇ ਹਥਿਆਰ ਖੋਹ ਲੈਂਦੇ ਨੇ। ਕਈ ਵਾਰ ਅੰਦਰ ਲਿਆਉਣਾ ਕੋਈ ਅਸਲਾ ਹੁੰਦਾ, ਇਸ ਕਰਕੇ ਉਹ ਵੀ ਭੈ ਮੰਨਦੇ ਨੇ। ਫੌਜ ਚੜ ਕੇ ਜਾਂਦੀ ਹੈ, ਉਹਨੂੰ ਵੀ ਭੈ ਹੁੰਦੀ ਹੈ। ਚੜ ਕੇ ਨਹੀਂ ਜਾਂਦਾ ਕਿਸੇ ਤੋਂ, ਇਹ ਜੀ ਨੀਅਤ ਨਾਲ ਨਹੀਂ ਜਾਂਦਾ ਹੈ। ਪੈ ਤਾਂ ਹੋਵੇ ਜੇ ਵਾਧੂ ਹੋਊਗਾ ਕਿਸੇ ਤੇ ਲੈ ਲਾਂਗੇ ਗਿਆਨ, ਫਿਰ ਪੈ ਕੀ ਵਾਧੂ ਅਗਲੇ ਤੋਂ ਲੈ ਲਾਂਗੇ ਫਾਲਤੂ। ਪੈ ਤਾਂ ਹੋਵੇ ਨਾ ਜੇ ਮੈਂ ਜਿੱਤਣਾ ਅਗਲੇ ਨੂੰ। ਹੰਕਾਰ ਜਿੱਥੇ ਉੱਥੇ ਪੈ, ਜਿੱਥੇ ਹੰਕਾਰ ਨਹੀਂ ਉੱਥੇ ਪੈ ਨਹੀਂ ਹੁੰਦਾ। ਪੈਗਾ ਦਾ ਉੱਥੇ ਸਭ ਨਾਲ ਕੰਪਰੋਮਾਈਜ਼ ਹੈ। ਜੇ ਮੰਨਦਾ ਤਾਂ ਵੀ ਠੀਕ ਹੈ, ਨਹੀਂ ਮੰਨਦਾ ਤਾਂ ਵੀ ਠੀਕ ਹੈ। ਹਾਂਜੀ, ਜੇ ਹੁਤੇ ਦੇਸ ਦੇਸਨ ਨਿਰਪਾਲ, ਜਿੰਨੇ ਵੀ ਦੇਸਾਂ ਦੇ ਵਿੱਚ, ਦੇਸ ਵਿਦੇਸ਼ ਦੇ ਵਿੱਚ ਰਾਜੇ ਸੀ, ਤਜ ਗਰਭ ਪਾਣ ਲਾਗੇ ਸੁਢਾਲ, ਆਪੇ ਹੀ ਹੰਕਾਰ ਛੱਡਤਾ। ਕਿਸੇ ਦਾ ਹੰਕਾਰ ਨੂੰ ਛਡਾਉਣਾ ਨਹੀਂ ਪਿਆ, ਕਿਸੇ ਨੂੰ ਕਹਿਣਾ ਨਹੀਂ ਪਿਆ ਵੀ ਤੂੰ ਇਹ ਕੀ ਕਰਦਾ ਹੈ, ਤੈਂ ਪਿੱਛੇ ਕੀ ਕੀਤਾ, ਤੂੰ ਜਾਤੀ ਕੀਤੀ। ਕਿਸੇ ਨਾਲ ਕੋਈ ਸ਼ਿਕਾਇਤ ਨਹੀਂ, ਆਪੇ ਹੀ ਛੱਡ ਗਏ। ਜਾਂ ਸ਼ਿਕਾਇਤ ਹੀ ਨਹੀਂ ਕੀਤੀ, ਜਾ ਕੇ ਆਪੇ ਹੀ ਛੱਡ ਗਏ। ਜਿਵੇਂ ਜਿਵੇਂ ਉਹਦਾ ਪ੍ਰਭਾਵ, ਉਹ ਆਪੇ ਤਾਂ ਛੱਡ ਗਏ ਕਿ ਪਬਲਿਕ ਬਦਲ ਗਈ ਨਾ। ਜਦੋਂ ਹਵਾ ਬਦਲ ਜਾਂਦੀ ਹੈ, ਬੁਰੇ ਆਦਮੀ ਆਪੇ ਹੀ ਬੁਰਾਈ ਛੱਡ ਜਾਂਦੇ ਨੇ। ਹਵਾ ਹੀ ਐਸੀ ਚੱਲ ਪਈ, ਆਪੇ ਹੀ ਲੋਕ ਬੁਰਾਈ ਨੂੰ ਛੱਡਣ ਲੱਗੇ। ਤਜ ਗਰਭ ਪਾਣ ਲਾਗੇ ਸੁਢਾਲ, ਗਰਭ ਛੱਡ ਕੇ, ਹੰਕਾਰ ਛੱਡ ਕੇ, ਆਪਸ ਵਿੱਚ ਹੰਕਾਰ ਨਾਲ ਲੜਦੇ ਹੁੰਦੇ ਰਾਜੇ ਨਾ। ਸੁਧਾਰ ਵਾਲੇ ਕੰਮਾਂ 'ਚ ਲੱਗ ਗਏ। ਸੁਢਾਲ, ਹਾਂ, ਉਹਦੇ ਪੈਰੀ ਲੱਗ ਗਏ। ਉਹ ਜਿੱਦ ਨੂੰ ਉਹ ਚਲਾ ਰਿਹਾ ਸੀ, ਜਦੋਂ ਦੇਖੋ ਸੁਢਾਲ ਕੀ ਹੁੰਦਾ, ਹੁਕਮ ਦਾ ਵਿਰੋਧ ਕਰਨਾ ਘੁਟਾਲ ਹੈ। ਜੇ ਹੁਕਮ ਦੇ ਅਨੁਸਾਰ ਚੱਲਣਾ ਸੁਢਾਲ ਹੈ। ਨੀਵੇਂ ਤੁਹਾਨੂੰ ਜਾਣਾ ਹੀ ਸੁਢਾਲ ਹੈ। ਹੰਕਾਰ ਵੱਲ ਨੂੰ ਜਾਣਾ ਘੁਟਾਲ ਹੈ, ਉੱਪਰ ਨੂੰ। ਜੇ ਹੁਣ ਹੁਕਮ ਮੰਨਣਾ ਵੀ ਨੀਵਾਂ ਹੋਣ ਦੀ ਲੋੜ ਹੈ, ਸੁਢਾਲ ਹੈ ਨੀਵਾਂ, ਨਿਵੇਂ ਸਗੋਰਾ ਹੋਏ। ਹੰਕਾਰ ਛੱਡ ਕੇ ਸੁਢਾਲ ਢਲ ਜਾਣਾ, ਥੱਲੇ ਨੂੰ ਆ ਜਾਣਾ। ਸੁਢਾਲ ਕਹਿੰਦੇ ਨੇ ਨੀਵਾਂ ਹੋਣ ਦੀ ਪ੍ਰਕਿਰਿਆ ਨੂੰ। ਮਨ ਨੀਵਾਂ ਹੋ ਰਿਹਾ ਜਾਂ ਫਿਰ ਸੁਢਾਲ ਹੈ। ਇਹ ਹੰਕਾਰ ਹੈ, ਘੁਟਾਲ ਹੈ। ਫਿਰ ਇਹ ਪੁੱਠੇ ਪਾਸੇ ਦੀ ਢਾਲ ਨਹੀਂ ਆਪਾਂ ਕਹਿੰਦੇ ਹੁੰਦੇ। ਸਲੋਪ ਨੂੰ, ਪਹਾੜ ਨੂੰ ਚੜ ਕੇ ਜਾਣਾ ਬੁੱਧੀ ਦੀ ਗੱਲ ਹੈ। ਉਹ ਜਿਹੜਾ ਕਹਿੰਦਾ ਆ ਉਹ ਕਟਘਾਟੀ ਰਾਮ ਕੀਤੇ ਚੜ ਰਹੇ ਹੋ ਕਬੀਰ, ਉਹ ਬਹੁਤ ਇੱਕ ਲੈਵਲ ਦੀ ਗੱਲ ਕਰ ਰਿਹਾ ਹੈ, ਹੰਕਾਰ ਦੀ ਗੱਲ ਨਹੀਂ ਕਰ ਰਿਹਾ ਹੈ। ਮਨ ਨੀਵਾਂ, ਮਤ ਉੱਚੀ। ਮਨ ਕਰਕੇ ਨੀਵਾਂ, ਮਤ ਕਰਕੇ ਉੱਚਾ। ਮਤ ਕਰਕੇ ਉੱਚਾ ਚੜ ਰਿਹਾ, ਮਨ ਕਰਕੇ ਨੀਵਾਂ ਹੋ ਰਿਹਾ। ਮਨ ਨੂੰ ਹੰਕਾਰ ਹੋਣਾ, ਹੰਕਾਰ ਮਨ 'ਚ ਹੋਣਾ। ਤਜ ਦੀਨ ਔਰ ਝੂਠੇ ਉਪਾਏ, ਸਭ ਤੋਂ ਉੱਚੀ ਮਤ ਗੁਰਮਤ ਹੈ। ਇਹ ਮਨ ਨੂੰ ਨੀਵਾਂ ਕਰਦੀ ਹੈ। ਜਿਹੜੀ ਮਤ ਮਨ ਨੂੰ ਨੀਵਾਂ ਕਰਦੀ ਹੈ, ਉਹੀ ਉੱਚੀ ਹੁੰਦੀ ਹੈ। ਮਤ ਉੱਚੀ ਉਹ ਮੰਨੀ ਜਾਂਦੀ ਹੈ ਸੰਸਾਰ 'ਚ, ਉਹੀ ਹੋਊਗੀ, ਮੰਨੀ ਜਾ ਸਕਦੀ ਹੈ ਜਿਹੜੀ ਮਨ ਨੂੰ ਨੀਵਾਂ ਕਰੇ। ਜਿਹੜੀ ਹੰਕਾਰ ਪੈਦਾ ਕਰੇ ਮਤ, ਜਿਹੜੀ ਮਤ ਰਾਜ ਕਰਨਾ ਚਾਹੁੰਦੀ ਹੈ ਦੁਨੀਆ ਤੇ, ਉਹ ਨੀਵੀਂ ਹੈ, ਉੱਚੀ ਨਹੀਂ ਹੈ। ਇਸਲਾਮ ਦੀ ਮਤ ਨੂੰ ਇੱਥੇ ਆ ਕੇ ਹਿੰਦੁਸਤਾਨ 'ਚ ਬ੍ਰੇਕ ਲੱਗ ਗਏ। ਰਾਜ ਕਰਦੇ ਹੁਣ ਤੇ ਕਹਿੰਦੇ ਸਾਰੇ ਡਾਂਗਰਾ ਸਾਰੀ ਵਰਲਡ ਦੇ ਵਿੱਚ ਅਸੀਂ ਇਸਲਾਮ ਪੈਦਾ ਕਰ ਦੇਣਾ। ਉਹ ਤਾਂ ਅੱਗੇ ਤਜਰਬੇ ਹੋ ਚੁੱਕੇ ਨੇ, ਉਹ ਪ੍ਰਵਾਨ ਨਹੀਂ ਹੋਈਆਂ ਮਤਾਂ। ਉਦੋਂ ਉਲਟਾ ਸਾਡੀ ਮਤ ਨਿਵੇਂ ਸੋ ਗੌਰਵ ਹੋਇਆ। ਜਿਹੜੇ ਖਾਲਿਸਤਾਨ ਦੀ ਗੱਲ ਕਰਦੇ ਨੇ ਉਹ ਇਸਲਾਮ ਤੋਂ ਪ੍ਰਭਾਵਿਤ ਹੋਣੇ ਨੇ, ਅੰਗਰੇਜ਼ਾਂ ਤੋਂ ਪ੍ਰਭਾਵਿਤ। ਸਿੱਖੀ ਨਹੀਂ ਹੈ ਉਹਨਾਂ ਕੋਲ, ਸਿੱਖੀ ਦਾ ਉਹਨਾਂ ਨੂੰ ਗਿਆਨ ਨਹੀਂ ਹੈ ਜੀ। ਸਿੱਖੀ ਦਾ ਜਦੋਂ ਗਿਆਨ ਹੋ ਗਿਆ ਉਦੋਂ ਪਤਾ ਲੱਗੂਗਾ ਸਿੱਖੀ ਉਹਨਾਂ ਨੇ ਪੜ੍ਹੀ ਕਿੱਥੋਂ ਹੈ।
ਜਿੱਦਾਂ ਦੇ ਜੰਮੇ ਨੇ ਹੀ ਸੁਣਦੇ ਆਏ ਨੇ ਰਾਜ ਕਰੇਗਾ ਖਾਲਸਾ, ਹੀ ਦਿਮਾਗ 'ਚ ਫਸਿਆ ਹੋਇਆ। ਸਿੱਖੀ ਉਹਨਾਂ ਨੇ ਕਿੱਥੋਂ ਪੜ੍ਹੀ ਹੈ? ਨਾ ਉਹਨੂੰ ਸਿੱਖੀ ਦਾ ਪਤਾ ਹੈ, ਨਾਲੇ ਉਹਨਾਂ ਨੇ ਸਿੱਖੀ ਤੇ ਲੈਣਾ ਵੀ ਕੀ ਹੈ। ਉਹਨਾਂ ਪਿਸਤੌਲ ਚਲਾਉਣੇ ਸਿੱਖ ਲਏ ਹੋਏ, ਉਹਨਾਂ ਨੇ ਲੈਣਾ ਸੀ। ਪਿਸਤੌਲ ਕਿੱਥੋਂ ਮਿਲਦੇ ਨੇ, ਗੋਲੀਆਂ ਕਿੱਥੋਂ ਮਿਲਦੀਆਂ ਨੇ, ਕੌਣ ਕੌਣ ਆਦਮੀ ਸਾਨੂੰ ਸਪੋਰਟ ਕਰ, ਇਹ ਉਹਨਾਂ ਨੂੰ ਨੌਲੇਜ ਦੀ ਲੋੜ ਹੈ। ਉਹਨਾਂ ਨੇ ਸਿੱਖੀ ਦਾ ਕੀ ਲੈਣਾ? ਹਾਂਜੀ। ਤਜ ਦੀਨ ਔਰ ਝੂਠੇ ਉਪਾਏ, ਜਿਹੜੇ ਲੋਕ ਪਹਿਲਾਂ ਧਰਮ ਨੂੰ ਲੱਗੇ ਹੋਏ ਤੇ ਧਰਮ ਕਰਮਾਂ ਨੂੰ, ਰਾਜਾਂ ਦੇ ਵੀ ਧਰਮ ਹੁੰਦੇ ਨੇ, ਉਹ ਸਾਰੇ ਛੱਡਤੇ ਪੁਰਾਣੇ ਦੀਨ। ਜੋ ਦੀਨ ਲਫ਼ਜ਼ ਆਇਆ, ਤਜ ਦੀਨ ਔਰ ਝੂਠੇ ਉਪਾਏ, ਆਪਣੇ ਆਪ ਦੀਨ ਧਰਮ ਸਾਰੇ ਛੱਡਤੇ ਪਹਿਲੇ, ਔਰ ਝੂਠੇ ਉਪਾਏ ਵੀ ਲੱਗੇ ਹੋਏ ਤੇ। ਉਹ ਜਿਹੜੇ ਕਰਮਕਾਂਡ ਹੈ ਝੂਠੇ ਉਪਾਏ ਨੇ, ਇਹ ਕਰਮਕਾਂਡ ਸਾਰੇ ਹੀ ਝੂਠੇ ਉਪਾਏ ਨੇ। ਕਰਮਕਾਂਡ ਸਾਰੇ ਹੀ ਛੱਡਤਾ। ਦ੍ਰਿੜ ਗਹਿਓ ਏਕ ਸੰਨਿਆਸ ਰਾਏ, ਦ੍ਰਿੜ ਗਇਓ ਏਕ ਸੰਨਿਆਸ ਰਾਏ। ਬਸ ਸੰਨਿਆਸ ਦਾ ਜਿਹੜਾ ਰਾਏ ਹੈ, ਦਾਤਾ ਹੈ, ਇਹਦਾ ਪਿੱਛਾ ਕਰ ਲਿਆ ਲੋਕਾਂ ਨੇ ਸਾਰੇ, ਇਹਦੇ ਵਾਲਾ ਰਾਹ ਅਖਤਿਆਰ ਕਰ ਲਿਆ, ਹੋਰ ਸਾਰੇ ਛੱਡਤੇ ਬਈ ਇਹੋ ਜਿਹਾ ਹੋ ਜਾਓ ਬਸ। ਯਾਨੀ ਇੱਕ ਰੋਲ ਮਾਡਲ ਹੈ ਸਾਡੇ ਕੋਲ, ਉਹ ਜਿਹਾ ਬਣਨਾ ਉਹਨਾਂ ਨੇ। ਤਜ ਸਰਬ ਆਸ ਇੱਕ ਆਸ ਚਿਤ, ਸਾਰੀਆਂ ਇੱਛਾਵਾਂ ਸੰਸਾਰੀ ਛੱਡ ਕੇ, ਸੰਸਾਰ ਦਾ ਜਿਹੜਾ ਕੰਪੀਟੀਸ਼ਨ ਸੀ ਨਾ, ਬੜਾ ਬਣਨ ਦਾ, ਦੁਨੀਆ 'ਚ ਵਡਿਆਈ ਦਾ, ਮਾਇਆ ਦਾ ਕੰਪੀਟੀਸ਼ਨ, ਅਮੀਰ ਹੋਣ ਦਾ ਕੰਪੀਟੀਸ਼ਨ, ਇਹ ਸਾਰਾ ਹੀ ਛੱਡਤਾ। ਇਹ ਆਸਾਂ ਛੱਡ ਕੇ ਇੱਕ ਆਸ ਰੱਖ ਲਈ ਵੀ ਜੀਵਨ ਕਿਉਂ ਅਸੀਂ ਧਾਰਨ ਕੀਤਾ, ਕਿਉਂ ਸਾਨੂੰ ਜੀਵਨ ਮਿਲਿਆ, ਕੀ ਕਰਨਾ ਆਇਆ, ਜੋ ਕਰਨਾ ਆਇਆ ਉਹ ਵਸਤੂ ਵੱਧ ਤੋਂ ਵੱਧ ਉਹਦੀ ਕਮਾਈ ਕਰੋ। ਇਹ ਆਸ ਰੱਖ ਲਈ ਵੀ ਜੀਵਨ ਮੁਕਤੀ ਪ੍ਰਾਪਤ ਕਰਨੀ, ਮੁਕਤੀ ਪ੍ਰਾਪਤ ਕਰਨੀ ਇਹ ਜਨਮ ਦੇ ਵਿੱਚ। ਇਹ ਟਾਰਗੇਟ ਬਣਾ ਲਿਆ, ਇੱਕੋ ਟਾਰਗੇਟ ਹੈ ਸਭ ਦਾ, ਮੁਕਤੀ ਦਾ, ਪ੍ਰਾਪਤੀ ਦਾ। ਬਸ ਸੰਸਾਰੀ ਜਿਹੜੇ ਕਬਜ਼ਾ ਕਰਨੇ ਨੇ ਮਾਇਆ ਤੇ ਜਾਂ ਵਸਤਰਾਂ, ਜੰਗਲਾਂ ਤੇ ਜਾਂ ਧਰਤੀ ਤੇ, ਸੋਨੇ ਤੇ, ਹੀਰਿਆਂ, ਇਹ ਛੱਡਤੇ। ਸੰਸਾਰੀ ਖਜ਼ਾਨਿਆਂ ਤੇ 9 ਨਦੀਆਂ 18 ਸਿੱਧੀਆਂ ਵਾਲਾ ਪ੍ਰਚਾਰ ਪੰਡਤ ਦਾ ਕੀਤਾ ਹੋਇਆ। ਜਿਹੜੇ ਜੋਗੀ ਸੀ ਵੱਧਦੇ ਵੱਧ ਇਹਨਾਂ ਦਾ ਕੀ ਸੀ, ਵੱਧਦੇ ਸੀ ਵੀ ਰੋਟੀ ਜਿਹੜੀ ਰੰਗ ਦੀ ਰੰਗ ਸਾਨੂੰ ਥਾਲ ਉਤਰਿਆ ਹੋਵੇ, ਬਸ ਉਹਨਾਂ ਦਾ ਉਹ ਟਾਰਗੇਟ ਕੋਈ ਨਹੀਂ ਸੀ। ਸਾਨੂੰ ਰੋਟੀ ਆ ਨਾ, ਸਾਧੂ ਹੈ ਵੀ ਸਾਨੂੰ ਰੋਟੀ ਮਿਲਦੀ ਰਹੇ ਬਸ। ਉਹ ਆ ਜਿਹੜੇ ਪਿੰਡਾਂ ਇੱਧਰੋਂ ਉੱਧਰੋਂ ਰੋਟੀ ਆ ਜਾਂਦੀ, ਉਹ ਥਾਲ ਉੱਥੋਂ ਹੀ ਉਤਰਦੇ ਨੇ, ਹੋਰ ਕਿੱਥੋਂ ਉਤਰਨਾ ਸੀ ਥਾਲ। ਕੋਈ ਰੋਟੀ ਲੈ ਕੇ ਜਿਹੜਾ ਚਲੇ ਜਾਂਦਾ ਉਹੀ ਥਾਲ ਉਤਰੇ ਨੇ, ਹੋਰ ਕਿੱਥੋਂ ਆਉਣੀ ਸੀ। ਖਬਰ ਹੈ ਕਿ ਉਹਨੂੰ ਚਾਬੀ ਦੇ ਦੇਣੀ ਉਹਨੇ, ਭਾਈ ਉਹਦੇ ਮਨ 'ਚ ਫੁਰਨ ਆ ਜਾਣਾ ਵੀ ਆਪਾਂ ਜਾ ਭਾਈ ਰੋਟੀ ਲਿਓ। ਆਹ ਰੋਟੀ ਹੁੰਦੀ ਸੀ, ਹੋਰ ਖਾਣੀ ਕੀ ਸੀ ਉੱਥੇ। ਸਾਧੂ ਬਾਹਰ ਬੈਠੇ ਰਹਿੰਦੇ ਸੀ, ਜੇ ਨਾ ਆਈ 2 ਦਿਹਾੜੀਆਂ ਤਾਂ ਵੀ ਉਹਨਾਂ ਨੂੰ ਕੋਈ ਫਰਕ ਨਹੀਂ ਸੀ ਪੈਂਦਾ। ਜੇ ਆ ਗਿਆ ਦੁੱਧ ਤਾਂ ਉਹ ਜਿਹੜੇ ਕੋਲ ਬੈਠੇ ਉਹਨਾਂ ਨੂੰ ਵਰਤਾ ਦਿੱਤਾ। ਜੇ ਹੁਣ ਕੋਲ ਬੈਠਣ ਵਾਲੇ ਜਦ ਬੈਠਣ ਲੱਗ ਜਾਂਦੇ ਫਿਰ ਤਾਂ ਬਥੇਰਾ ਆ ਜਾਂਦਾ। ਪਹਿਲਾਂ ਕੋਈ ਬਹਿੰਦਾ ਵੀ ਨਹੀਂ ਸੀ ਕੋਲ, ਜਾ ਕੇ ਉਹਨਾਂ ਨੇ ਤਾਂ ਪਰੇ ਜੰਗਲ 'ਚ ਬਹਿ ਜਾਣਾ। ਜੇ 10 ਦਿਨ ਵੀ ਨਹੀਂ ਕੋਈ, 2-4 ਦਿਨ ਕੋਈ ਆਇਆ ਵੀ ਨਹੀਂ ਤਾਂ ਵੀ ਕੋਈ ਗੱਲ ਨਹੀਂ, ਅਡੋਲ ਬੈਠੇ ਰਹਿੰਦੇ ਸੀ। ਆਪੇ ਹੁਣ ਲੱਗ ਜਾਂਦੇ, ਆਪੇ ਹੀ ਆ ਜਾਂਦਾ ਸੀ। ਉਹ ਕਹਿੰਦਾ ਵੀ ਇਹਨੇ ਪੈਦਾ ਕੀਤੇ ਆਪੇ ਭੇਜੂ, ਬਸ ਇੱਦਾਂ ਦੀ ਸਬਰ ਸੰਤੋਖ ਜਿੱਥੇ ਉੱਥੇ ਘਾਟਾ ਵੀ ਕਿਸੇ ਦਾ ਨਹੀਂ ਰਹਿੰਦਾ। ਸੰਤੋਖ ਉਹ ਜਿੰਨਾ ਹਿੱਲਿਆ ਹੋਇਆ ਉਹਨਾਂ ਨੂੰ ਕੋਈ ਘਾਟਾ ਨਹੀਂ ਹੈ, ਜਿਨ੍ਹਾਂ ਦਾ ਹਿੱਲਿਆ ਹੋਇਆ ਉਹਨਾਂ ਨੂੰ ਕੋਈ ਘਾਟਾ ਨਹੀਂ। ਕਾਰ ਚਿੱਤ ਪਰਮੰ ਪਵਿੱਤਰ, ਅਵਿਕਾਰ ਚਿੱਤ। ਜਦੋਂ ਚਿੱਤ ਵਿਕਾਰਾਂ ਤੋਂ ਰਹਿਤ ਹੋ ਜਾਂਦਾ ਨਾ, ਪਤਾ ਤਾਂ ਲੱਗ ਜਾਂਦਾ ਹਰੇਕ ਨੂੰ ਵੀ ਇਹ ਵਿਕਾਰ ਹੋ ਗਿਆ, ਹੁਣ ਚਿੱਤ ਵਿਕਾਰਾਂ ਤੋਂ ਰਹਿਤ ਹੋ ਗਿਆ। ਪਰਮ ਪਵਿੱਤ, ਬਸ ਉਹ ਅਵਸਥਾ, ਉਹੀ ਪਰਮ ਪਵਿੱਤ ਅਵਸਥਾ ਹੈ। ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਹੈ, ਕਿਸੇ ਤੋਂ ਪੁੱਛਣ ਦੀ ਲੋੜ ਹੈ ਹੀ ਨਹੀਂ। ਹਾਂਜੀ, ਜੈ ਕਰਤ ਦੇਸ ਦੇਸਨ ਵਿਹਾਰ, ਇਹ ਅਵਕਾਰ ਚਿੱਤ ਪਰਮੰ ਪਵਿੱਤ, ਇਹੀ ਸਲੋਗਨ ਹੈ ਦੱਤ ਦਾ। ਬਸ ਵੀ ਭਾਈ ਜਦੋਂ ਤੁਹਾਡਾ ਚਿੱਤ ਵਿਕਾਰਾਂ ਤੋਂ ਰਹਿਤ ਹੋ ਗਿਆ, ਤੁਹਾਨੂੰ ਆਪੇ ਪਤਾ, ਬਾਕੀ ਤੁਸੀਂ 100 ਹੱਥ ਰਸਾ ਸਿਰੇ ਤੇ ਗੰਢ, ਇਹਨੂੰ ਕਿਸੇ ਤਰੀਕੇ ਨਾਲ ਕਰ ਲਓ।
ਵਿਕਾਰਾਂ ਤੋਂ ਰਹਿਤ ਕਰ ਲਓ ਚਿੱਤ ਨੂੰ, ਬਸ ਜਿਵੇਂ ਤੁਹਾਡੀ ਮਰਜ਼ੀ, ਜਿਵੇਂ ਕਿਤੇ ਕਿਸੇ ਤੇ ਹੁੰਦਾ ਉਵੇਂ ਕਰ ਲਓ। ਚਾਹੇ ਕੋਈ ਪਾਣੀ 'ਚ ਬੈਠ ਕੇ ਕਰ ਲਓ, ਚਾਹੇ ਕੋਈ ਅੱਗ ਤੇ ਪੁੱਠਾ ਲਟਕ ਕੇ ਕਰ ਲਓ। ਉਹਨੇ ਐ ਨਹੀਂ ਕਿਹਾ ਵੀ ਤੁਸੀਂ ਅੱਗ ਦਾ ਸੇਕ ਨਾ ਦਿਓ, ਕਿਸੇ ਨੂੰ ਨਹੀਂ ਕਿਹਾ। ਦੇਖੋ ਚੇਲੇ ਸਾਰੇ ਬਣਾ ਲਏ, ਕਿਸੇ ਨੂੰ ਨਹੀਂ ਕਿਹਾ ਵੀ ਆਹ ਛੱਡ ਦਿਓ, ਆਹ ਨਾ ਕਰੋ। ਇਹ ਕੀ ਕਿਹਾ ਵੀ ਜੇ ਅਵਕਾਰ ਚਿੱਤ ਨਹੀਂ ਹੁੰਦਾ ਉਸ ਕੰਮ ਨਾਲ, ਫੇਰ ਝੂਠੇ ਯਤਨ ਦੇ ਹੋ। ਗੱਲਾਂ ਕਹੀ ਜਾਂਦੇ ਨੇ ਇਹ ਦਸਮ ਪਾਤਸ਼ਾਹ, ਬੁੱਝਣ ਵਾਲੀਆਂ ਗੱਲਾਂ ਨੇ ਵਿੱਚ, ਪਾਠ ਕਰਨ ਵਾਲੀ ਗੱਲ ਨਹੀਂ ਹੈ ਇਹ, ਸਮਝਣ ਵਾਲੀ ਗੱਲ ਹੈ। ਕਿੱਥੇ ਆ ਕੇ ਕਿਹੜੇ ਮੋੜ ਤੇ ਕਿੱਧਰ ਮੁੜ ਕੇ ਕੀ ਕਹਿ ਜਾਂਦੇ ਨੇ, ਕਿਸੇ ਨੂੰ ਨਹੀਂ ਕਿਹਾ ਦੱਤ ਨੇ ਵੀ ਭਾਈ ਤੂੰ ਐਂ ਕਰੋ ਐਂ ਨਾ ਕਰੋ। ਗੱਲਾਂ ਸਾਰੀਆਂ ਹੀ ਗੁਰਮਤਿ ਤੋਂ ਉਲਟ ਨੇ। ਗਿਆਨ ਦਾ ਕੋਈ ਗ੍ਰੰਥ ਹੈ ਨਹੀਂ ਉਸ ਵੇਲੇ, ਇਹ ਸਾਰੇ ਪੜ੍ਹੇ ਲਿਖੇ ਹੈ ਨਹੀਂ, ਕੌਣ ਕਿਹਨੂੰ ਪੜ੍ਹਾਵੇ। ਉਹ ਕਹਿੰਦੇ ਵੀ ਚਿੱਤ ਨੂੰ ਵਿਕਾਰਾਂ ਤੋਂ ਰਹਿਤ ਕਰ ਲਓ, ਬਸ ਵਿਕਾਰਾਂ ਤੇ ਕੰਟਰੋਲ ਕਰ ਲਓ। ਗਿਆਨ ਨੇ ਵੀ ਇਹੀ ਗੱਲ ਕਹਿਣੀ ਹੈ, ਆਖਿਰ ਸਿੱਟਾ ਦਾ ਗਿਆਨ ਦਾ ਇਹੀ ਨਿਕਲਦਾ ਵੀ ਚਿੱਤ ਨੂੰ ਵਿਕਾਰਾਂ ਤੋਂ ਰਹਿਤ ਕਰਨਾ, ਲੋਭ ਤੋਂ ਰਹਿਤ ਕਰਨਾ, ਮੋਹ ਤੋਂ ਰਹਿਤ ਕਰਨਾ, ਕ੍ਰੋਧ ਤੋਂ ਰਹਿਤ ਕਰਨਾ। ਇੱਛਾਵਾਂ ਜਿਹੜੀਆਂ ਨੇ, ਇੱਛਾਵਾਂ ਦਾ ਕਾਰਨ ਤਾਂ ਮੋਹ ਹੈ। ਜੇ ਮੋਹ ਨਾ ਹੋਵੇ ਇੱਛਾ ਹੈ ਹੀ ਨਹੀਂ, ਇੱਛਾ ਕਿੱਥੇ ਹੈ? ਇੱਛਾ ਦੀ ਜੜ ਮੋਹ ਹੈ। ਜੇ ਬਰੀਕੀ ਨਾਲ ਦੇਖਾਂਗੇ ਮੋਹ ਤੇ ਖੜੀ ਹੈ ਇੱਛਾ ਸਾਰੀ। ਸਰੀਰ ਦਾ ਵੀ ਤਾਂ ਮੋਹ ਹੈ ਬਸ। ਹਾਂਜੀ, ਚਾਹੇ ਕਰਤ ਦੇਸ ਦੇਸਨ ਵਿਹਾਰ, ਉਠ ਚੜਤ ਸਰਬ ਰਾਜਾ ਅਪਾਰ। ਜਿਹੜੇ ਦੇਸਾਂ ਦੇਸਾਂ ਦੇ ਵਿੱਚ ਕਾਰੋਬਾਰ ਕਰਦੇ ਸੀ ਰਾਜੇ, ਆਪਣੇ ਆਪਣੇ ਰਾਜ ਦੇ ਪ੍ਰਬੰਧਾਂ 'ਚ ਲੱਗੇ ਹੋਏ ਸੀ, ਉਹ ਵੀ ਨਾਲ ਚੱਲ ਪਏ ਉੱਠ ਕੇ। ਉਠ ਚੜਤ ਸਰਬ ਰਾਜਾ ਅਪਾਰ। ਰਾਜੇ ਬੇਅੰਤ ਰਾਜੇ ਵੀ ਠੀਕ ਆ ਬਈ, ਵਿਕਾਰਾਂ ਤੇ ਰਹਿਤ ਕਰੋ ਸੰਸਾਰ ਨੂੰ। ਅਸੀਂ ਵੀ ਤਾਂ ਸੰਸਾਰ ਨੂੰ, ਪ੍ਰਜਾ ਨੂੰ ਸੁਖੀ ਕਰਨੇ ਲੱਗੇ ਹੋਏ ਤੇ। ਆਹ ਤਾਂ ਵਧੀਆ ਤਰੀਕਾ। ਚੋਰ ਆਪ ਦੇਖੋ, ਪੁਲਿਸ ਨਹੀਂ ਚੋਰੀ ਛਡਾ ਸਕਦੀ, ਆਪੇ ਛੱਡੂ ਉਧਰੋਂ ਜਿਹਨੇ ਛੱਡੀ ਹੈ ਚੋਰੀ। ਜੇ ਦੁਨੀਆ ਵਿਕਾਰਾਂ ਤੋਂ ਰਹਿਤ ਹੋ ਜਾਵੇ, ਕੀ ਤਾਂ ਫੌਜ ਤੇ ਕਰਾਉਣਾ, ਕੀ ਪੁਲਿਸ ਤੇ ਕਰਾਉਣਾ, ਕੀ ਹਥਿਆਰਾਂ ਤੇ ਕਰਾਉਣਾ। ਹੁਣ ਇਹੋ ਜਿਹੇ ਮਾਹੌਲ ਦੇ ਵਿੱਚ ਕੀ ਤਾਂ ਹਥਿਆਰਾਂ ਤੇ ਕਰਾਉਣਾ ਸੀ, ਕੀ ਬਜਟਾਂ ਤੇ ਕਰਾਉਣਾ। ਤੁਸੀਂ ਬਜਟ ਵੀ ਖਤਮ ਨੇ, ਸਭ ਕੁਝ ਖਤਮ, ਸਭ ਵਿਹਲੇ ਨੇ। ਕੋਈ ਝਗੜਾ ਨਹੀਂ ਕਿਸੇ ਦਾ, ਕੋਈ ਵੱਟ ਦਾ ਝਗੜਾ ਨਹੀਂ, ਕੋਈ ਮਤਲਬ ਜਿਹੜੀਆਂ ਸਰਹੱਦਾਂ ਨੇ, ਕੋਈ ਝਗੜਾ ਨਹੀਂ ਕਿਸੇ ਦਾ। ਦੁਨੀਆ ਬਸਦੀ ਹੈ, ਮੌਜ ਕਰੇ ਸਾਰੇ, ਕੋਈ ਕਿਸੇ ਦਾ ਕਿਤੇ ਰਾਜ ਨਹੀਂ, ਸਭ ਫਰੀ ਨੇ। ਕੋਈ ਕਿਸੇ ਤੇ ਪ੍ਰੈਸ਼ਰ ਨਹੀਂ ਪਾਉਂਦਾ, ਕੋਈ ਦੁੱਖ ਨਹੀਂ, ਕੋਈ ਦਿੰਦਾ ਕਿਸੇ, ਇੱਕ ਦੂਜੇ ਦੀ ਮਦਦ ਕਰਦੇ ਨੇ। ਦੱਸੋ ਕੀ ਝਗੜਾ? ਬਣ ਗਿਆ ਸੁਰਗ, ਹੁਣ ਸੁਰਗ ਐਂ ਬਣਦਾ ਹੁੰਦਾ। ਸੁਰਗ ਇਹ ਡਿਵੈਲਪਮੈਂਟ ਨਾਲ ਨਹੀਂ ਸੁਰਗ ਬਣਦਾ, ਨਰਕ ਬਣ ਜਾਊਗਾ ਡਿਵੈਲਪਮੈਂਟ ਨਾਲ। ਜਿਹੜੀ ਡਿਵੈਲਪਮੈਂਟ ਕਰੀ ਜਾਂਦੇ, ਇਹਦੇ ਨਾਲ ਕਦੇ ਸੁਰਗ ਨਾ ਬਣਿਆ ਨਾ ਬਣੇ, ਉਹ ਨਹੀਂ ਬਣਦਾ ਹੁੰਦਾ। ਹਾਂਜੀ, ਦੋਹਰਾ ਗਵਨ ਕਰਤ ਜੈ ਜੈ ਦਿਸ਼ਾ, ਮੁਨੀ ਮਨ ਦਤ ਅਪਾਰ। ਮੁਨੀ ਮਨ ਦਤ ਅਪਾਰ। ਦਤ ਮੁਨੀ ਹੈ, ਜਿੱਥੇ ਜਿੱਥੇ ਜਾ ਰਿਹਾ ਹੈ। ਮਨ ਕਰਕੇ ਮੁਨੀ ਹੈ ਦਤ, ਸਰੀਰ ਕਰਕੇ ਮੁਨੀ ਨਹੀਂ ਹੈ। ਕੁਛ ਕਹਿ ਗਏ ਉਹ ਮਨ ਮਨ ਮੁੰਡਿਆ ਹੋਇਆ, ਸਰੀਰ ਨਹੀਂ ਹੈਗਾ ਉਹਦਾ ਮੁਨੀ। ਸਰੀਰ ਕਰਕੇ ਮੁਨੀ ਨਹੀਂ ਹੈ, ਮਨ ਕਰਕੇ ਮੁਨੀ ਹੈ। ਮਨ ਕਰਕੇ ਸੰਤ ਹੈ, ਭੇਖ ਕਰਕੇ ਸੰਤ ਨਹੀਂ ਹੈ। ਅਪਾਰ ਹੈ। ਸੰਗ ਚਲਤ ਉਠ ਸਭ ਪ੍ਰਜਾ, ਤਜ ਘਰ ਬਾਰ ਪਹਾਰ। ਜਿਵੇਂ ਜਿਵੇਂ ਉਹ ਵਿਹਾਰ ਕਰਦਾ ਹੈ, ਜਿਵੇਂ ਜਿਵੇਂ ਉਹ ਜਾਂਦਾ ਹੈ, ਜਿੱਥੇ ਜਿੱਥੇ ਵੀ ਜਾਂਦਾ ਹੈ, ਸਾਰੇ ਘਰ-ਬਾਰ ਛੱਡ ਕੇ ਪ੍ਰਜਾ ਨਾਲ ਹੋ ਲੈਂਦੀ ਹੈ। ਵਿੱਚ ਉਹ ਘਰ-ਬਾਰ ਦਾ ਜ਼ਿਆਦਾ ਜਦ ਮੋਹ ਹੋਵੇ, ਕੰਪੀਟੀਸ਼ਨ ਹੈ, ਖਤਮ ਹੋ ਗਿਆ। ਰੋਟੀ ਉਹ ਖਾਣੀ ਹੈ ਕਿ ਨਹੀਂ ਹੋਈ, ਸਾਬ ਸਾਂਝਾ ਹੋ ਗਿਆ, ਜਿੱਥੇ ਮਿਲਦੀ ਹੈ ਰੋਟੀ ਖਾ ਲਓ। ਇੱਥੇ ਆ ਮਾਇਆ ਇਕੱਠੀ ਕਰਕੇ ਦੇਵੇਂਗੇ, ਲੰਗਰ ਲਾਏ, ਨੰਗਾ ਭੁੱਖਾ ਅਰਥੀਆ ਖਾਲੀ ਕੋਈ ਨਾ ਜਾਏ। ਜਿਹਦੇ ਕੋਲ ਫਾਲਤੂ ਕਹਿੰਦਾ ਭਾਈ ਲੈ ਜਾਓ ਚੱਕ ਕੇ, ਕੋਈ ਨਹੀਂ, ਆਪਾਂ ਨੇ ਕੀ ਕਰਨਾ।
ਉਹ ਕਪਟ ਦੀ ਗਾਂਠੇ ਖੁੱਲ ਗਈ ਸਾਰਿਆਂ ਦੀ। कपट गांठ जब खुले देव, जब कपट गांठ खुल गई फिर देवते ही ने सारे। कपट गांठ जब खुले देव, फिर किया फिर देव ही। कपट की गांठ करके अदेव है, अदेव है। फिर जे गंढ कपट दी है फिर अदेव है, फिर देव नहीं है। देव देव का विरोधी है। फिर अदेव है। जब खुल जाए फिर की है, फिर आप ही देव है। देवता किहड़े देवते नूं पूजना, कित्थों देवता आउणा, किहड़े देवते ने तैनूं वर देना, वर के ते तैं खुद देवता बन जाना। आ कपट नहीं बन दिंदा ते आ कपट दा करना। कपट सारियां मत्तां 'च है। वो जिन्हां को मत्तां नहीं उन्हां दे अंदर भी कपट है। वो धर्म निष्कपट है जिहड़ा निष्कपट करन दी इच्छा सिक्ख्या दिंदा होवे, जिथे कपटी वास्ते कोई जगह ना होवे। जिहड़ा कपट दे आसरे ही धर्म चलदा होवे वो निष्कपट नहीं कर सकदा। कपट दे आसरे कपट नूं जिहड़े धर्म 'च जगह देती होवे, इज्जत देती होवे कपटी बंदियां नूं, वो धर्म निष्कपट किवें करू? उत्थे तां कपटियों कपटी पैदा करूगा, उत्थे सुख नहीं हो सकता। उत्थे एकता नहीं हो सकती। इस्लाम 'च एकता होगी, नवां धर्म सी। एडा बड़ा भारत देश सी, इत्थे कपट जिहड़ा पिछ धर्म सी ना, उन्हें जगह 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 शहर शहर का राजा करता एक दूए वास्ते कपट। ताही आके एडे बड़े देश में उन्होंने कब्जा कर लिया, ताही गुलाम बना लिया। वो कपट का प्रचार सी जिन्हें गुलाम किया। जदों कपट तो निष्कपट करता थोड़े ਜਿਹੇ सी खालसा सिख, किन्ने सी? गिनती तो कुछ नहीं सी सारे हिंदुस्तान के मुकाबले। इन्होंने उन्होंने कब्जा कर लिया जाके। बस इत्थों पता लगता एकता कौन करू? एकता निष्कपट होए बिना एकता नहीं हो सकती। गुरमत कपट रहत कर दी है। जिहड़ा कपट छड़ जूगा वो अंतरात्मा सारे एक ने। अंतरात्मा जे मिले मिलिया कहिए सो, कट्ठे हो गए भीड़ इकट्ठी कर लेनी, मिले हुए नहीं है, मिले हुए नहीं कह सकते। वो तो स्वार्थ वास्ते मिले ने। स्वार्थ वास्ते मिलना मिलाप नहीं होता। वो तो कदे विस्फोट हो जाता। जिसे स्वार्थ का टकराव हो गया उसे विस्फोट हो गया। हाँ जी। चौपाई जय जय देश मुनीश्वर गए, ऊंच नीच सब ही संग भये। जेड़े जेड़े जगह मुनीश्वर मुनि राज दत्त गया, ऊंच नीच सब ही संग भये। ऊंच नीच है। नीच देखो इत्थे नीच कौन है? बुरे काम करने वाला नीच है। ਜਿਹੜੇ ਭੜੇ ਪਾਸੇ ਲੱਗੇ ਸੀ ਲੋਕ ਉਹ ਨੀਚ ਨੇ, ਚੰਗੇ ਪਾਸੇ ਲੱਗੇ ਊਚ ਨੇ। ਜਿਹੜੇ ਗਰੀਬ ਨੇ ਆ ਜਿਨ੍ਹਾਂ ਨੂੰ ਨੀਚ ਸਮਝਦੇ ਸੀ ਸਮਾਜ ਵਿੱਚ, ਗਰੀਬ ਨੂੰ ਨੀਚ ਸਮਝ ਲੈਂਦੇ ਨੇ, ਬੁੱਧੀਹੀਨ ਨੂੰ ਨੀਚ ਸਮਝ ਲੈਂਦੇ ਨੇ। ਉਹ ਊਚ ਨੀਚ ਉਹ ਬੁੱਧੀ ਦੇ ਹਿਸਾਬ ਨਾਲ ਸਰਕਾਰ ਦੇ ਵਿੱਚ ਇੱਜ਼ਤ ਹੁੰਦੀ ਆ, ਜਾਂ ਸਰਕਾਰ ਦੇ ਵਿੱਚ ਅਫਸਰੀਆਂ ਹੁੰਦੀਆਂ ਨੇ। सारे की ऊंच की नीच, सारे की बुद्धिमान की बुद्धिहीन, सभी संग भये। सारे ਉਹਦੇ ਨਾਲ सहमत होकर तुर पे। ਇਹ नहीं है भी कुछ ग्रुप ਅੱਡ ਹੋ ਗਿਆ। ਊਚਾਂ ਦਾ ਹੀ ਅੱਡ ਹੁੰਦਾ, ਨੀਚ ਤਾਂ ਵਿਚਾਰੇ ਦੁਖੀ ਪਹਿਲਾਂ ਹੀ ਹੁੰਦੇ ਨੇ ਦੁਆਂ ਤੇ। ਪਬਲਿਕ ਤਾਂ ਸਰਕਾਰ ਤੇ ਪਹਿਲਾਂ ਹੀ ਦੁਖੀ ਹੁੰਦੀ ਹੈ। ਪਬਲਿਕ ਤਾਂ ਗੁਲਾਮ ਹੀ ਹੁੰਦੀ ਹੈ। ਐਵੇਂ ਚਾਹੇ ਰੌਲਾ ਜੋ ਮਰਜ਼ੀ ਪਾਈ ਜਾਣ, ਇਹ ਕਿਸੇ ਦੀ ਸਰਕਾਰ ਹੋਵੇ ਗੁਲਾਮ ਹੀ ਹੁੰਦੀ ਹੈ ਪਬਲਿਕ। ਚਾਹੇ ਅੰਗਰੇਜ਼ਾਂ ਦੀ ਹੋਵੇ, ਚਾਹੇ ਮੁਸਲਮਾਨਾਂ ਦੀ ਹੋਵੇ, ਚਾਹੇ ਇਹਨਾਂ ਦੀ ਆਪਣੀ ਹੋਵੇ, ਪਬਲਿਕ ਦਾ ਗੁਲਾਮ ਹੀ ਹੁੰਦੀ ਹੈ। ਰੇਤਾ ਹੀ ਹੈ ਹੁਣ ਪਬਲਿਕ ਦਾ ਵਿੱਚ। ਗਰੀਬ ਦਾ ਨੱਕ ਤੇ ਦਮ ਕੀਤਾ ਪਿਆ।
ਉਹ ਸਰਕਾਰ ਦਾ ਹੈਗਾ ਜੇ, ਪਬਲਿਕ ਦਾ ਕਿਉਂ ਨਹੀਂ? ਜੋ ਮਰਜ਼ੀ ਚੱਕ ਲਿਆਵੇ, ਪਰ ਉਹਨਾਂ ਨੇ ਆਪਣੇ ਆਦਮੀ ਨੂੰ ਦੇ ਦੇਣਾ, ਉਹਨਾਂ ਨੇ ਆਪਣੇ ਮਹਿੰਗੇ ਭਾਅ ਵੇਚਣੇ। ਫਿਰ ਲੋਕ ਤਾਂ ਗੁਲਾਮ ਹੀ ਨੇ। ਆਮ ਪਬਲਿਕ ਨੂੰ ਆਜ਼ਾਦੀ ਕਿੱਥੇ? ਨਹਿਰ ਦਾ ਪਾਣੀ ਪਬਲਿਕ ਦਾ, ਸਾਰਿਆਂ ਦਾ, ਸਾਨੂੰ ਤਾਂ ਮੁੱਲ ਦਾ ਮਿਲਦਾ। ਉਹ ਪੈਸਾ ਜਾਂਦਾ, ਕੌਣ ਲੈਂਦਾ? ਉਹ ਖਾ ਜਾਂਦੇ ਨੇ ਜਿਹੜੇ ਸਰਕਾਰ 'ਚ ਬੈਠੇ ਨੇ ਅਫਸਰ। ਜੇ ਰੁਪਈਆ ਜਾਂਦਾ ਉਹ ਕਹਿੰਦੇ 15 ਪੈਸੇ ਵੀ ਇਹ ਚਲੇ ਜਾਣ ਪਬਲਿਕ ਤੱਕ ਚੰਗਾ, ਉਹ ਵੀ ਨਹੀਂ ਜਾਂਦੇ ਪੂਰੇ। 85 ਪੈਸੇ ਕਿੱਥੇ ਗਏ? ਸਰਕਾਰ 15 ਪੈਸੇ ਖਾਵੇ, 85 ਪੈਸੇ ਪਬਲਿਕ ਨੂੰ ਦੇਵੇ, ਫਿਰ ਤਾਂ ਗੱਲ ਬਣਦੀ ਹੈ, ਸਮਝ ਆਉਂਦੀ ਹੈ। ਤੇ 15 ਪੈਸੇ ਪਬਲਿਕ ਦੇ ਬਾਅਦ ਦੇ ਵਿੱਚ 85 ਪੈਸੇ ਉਹਨਾਂ ਦੇ, ਤੇ ਆਜ਼ਾਦੀ ਹੈ ਇਹ। ਉਹ ਜਿਹੀ ਗੁਲਾਮੀ ਹੋ ਜਾਏ ਜੀ ਪਹਿਲਾਂ ਸੀ, ਐਵੇਂ ਗੱਲਾਂ ਨੇ ਆਜ਼ਾਦੀ ਦੀ। ਆਜ਼ਾਦੀ ਉਹਨਾਂ ਨੂੰ ਹੈ ਜਿਹਨਾਂ ਦੀਆਂ ਜੇਬਾਂ ਭਰਦੀਆਂ ਨੇ, ਉਹਨਾਂ ਨੂੰ ਆਜ਼ਾਦੀ ਉਹੀ ਬਣਾਉਂਦੇ ਨੇ। ਪਬਲਿਕ ਕਾਹਨੂੰ ਬਣਾਉਂਦੀ ਹੈ? ਪਬਲਿਕ ਦਾ ਵਿਚਾਰੀ ਦਾਲ ਰੋਟੀ ਨਹੀਂ ਚੱਲਦੀ। ਹਾਂਜੀ। ਏਕ ਜੋਗ ਅਰ ਰੂਪ ਅਪਾਰਾ, ਕੌਣ ਨ ਮੋਹੇ ਕਹੋ ਵਿਚਾਰਾ। ਇੱਕ ਰੂਪ, ਏਕ ਜੋਗ ਅਰ ਰੂਪ ਅਪਾਰਾ। ਹਾਂ, ਇੱਕੋ ਹੀ ਜੋਤ ਹੈ। ਜੋਤ ਇੱਕ ਰਹਿੰਦੀ ਹੈ, ਮਨ ਚਿੱਤ ਅਲੱਗ ਲੱਗਦੀ ਹੁੰਦੀ। ਏਕ ਜੋਗ ਅਰ ਰੂਪ ਅਪਾਰਾ। ਇੱਕ ਹੋ ਕੇ ਜੋਗ ਜੁੜਿਆ ਰਹਿੰਦਾ ਹੈ, ਚਿੱਤਰ ਮਨ ਦੀ ਏਕਤਾ ਬਣੀ ਰਹਿੰਦੀ ਹੈ ਉਹਦੀ। ਅਰ ਰੂਪ ਅਪਾਰਾ। ਰੂਪ ਚਾਹੇ ਉਹਦੇ ਅਪਾਰ ਬਣਦੇ ਨੇ, ਜੋਗ ਸਾਰਿਆਂ ਇੱਕੋ ਹੀ ਹੈ। ਉਹਦਾ ਇਹ ਵੀ ਉਪਦੇਸ਼ ਦੀ ਲਾਈਨ, ਇਹ ਵੀ ਉਪਦੇਸ਼ ਦੀ ਲਾਈਨ ਹੈ। ਏਕ ਜੋਗ ਅਰ ਰੂਪ ਅਪਾਰਾ। ਜੋਗ ਇੱਕੋ ਹੀ ਹੈ ਸਾਰਿਆਂ ਵਾਸਤੇ, ਕਿ ਚਿੱਤਵਾਂ ਨੇ ਹੋ ਜਾਣ। ਰੂਪ ਚਾਹੇ ਅੱਡ ਅੱਡ ਨੇ ਸਾਡੇ, ਉਹ 'ਚ ਕੋਈ ਫਰਕ ਨਹੀਂ ਹੈ। ਆਪਣੇ ਚਿੱਤ ਔਰ ਮਨ ਨੂੰ ਸਮਝਾ ਕੇ ਇੱਕ ਜਗ੍ਹਾ ਕਰਕੇ ਰੱਖਣਾ। ਅਮੀਰ ਔਰ ਗਰੀਬ ਦੀ ਕੋਈ ਗੱਲ ਨਹੀਂ, ਸਾਰਾ ਫਿਰ ਕਿਉਂਕਿ ਮਾਇਆ ਤਾਂ ਬਾਹਰ ਰਹੇਗੀ। ਰਵਿਦਾਸ ਹੈ, ਰਵਿਦਾਸ ਤਾਂ ਗਰੀਬ ਹੈ, ਬਹੁਤ ਬੜੇ ਬੜੇ ਅਮੀਰ ਨੇ, ਪਰ ਰਵਿਦਾਸ ਦਾ ਪ੍ਰਭਾਵ ਪਬਲਿਕ ਤੇ ਜ਼ਿਆਦਾ ਦੂਏ ਨੂੰ, ਅਮੀਰ ਨੂੰ। ਸਵਾਲ ਪਬਲਿਕ ਤੇ ਪ੍ਰਭਾਵ ਦੀ ਹੈ। ਸਵਾਲ ਕਿ ਪਬਲਿਕ ਕਿਹਨੂੰ ਚੰਗਾ ਸਮਝਦੀ ਹੈ, ਉਹਦੇ ਕੋਲ ਬੈਠ ਕੇ ਸ਼ਾਂਤੀ ਆਉਂਦੀ ਹੈ। ਜਿਹਦੇ ਕੋਲ ਬੈਠ ਕੇ ਦੂਜੇ ਨੂੰ ਸ਼ਾਂਤੀ ਆਵੇ, ਉੱਥੇ ਉਹ ਅਮੀਰ ਹੈ ਨਹੀਂ ਹੈ ਇਹਦਾ ਕੋਈ ਮਤਲਬ ਨਹੀਂ ਹੈ। ਉੱਥੇ ਉਹਦੀ ਊਚ ਨੀਚ ਜਾਤ ਹੈ, ਇਹਦਾ ਕੋਈ ਮਤਲਬ ਨਹੀਂ ਹੈ। ਨੀਚ ਊਚ ਜਾਤ ਤਾਂ ਹੁੰਦੀ ਹੋਈ ਨਹੀਂ, ਉਹੀ ਤਾਂ ਊਚ ਹੈ ਜਿਹਦੇ ਕੋਲ ਸ਼ਾਂਤੀ ਆਉਂਦੀ ਹੈ। ਡੈਫੀਨੇਸ਼ਨ ਹੈ ਬਦਲਤੀ ਗੁਰੂ ਨਾਨਕ ਨੇ। ਉਹ ਕਹਿੰਦੇ ਖਸਮ ਬਸਾਰੇ ਤੇ ਕਬਜਾਤ, ਨਾਨਕ ਨਾਵੇ ਬਾਜ ਸਨਾਤ। ਜਿਹਨੇ ਆਪਣੇ ਅੰਦਰਲਾ ਸੱਚ ਹੈ, ਜਿਹੜਾ ਅੰਤਰਾਤਮਾ ਦੀ ਆਵਾਜ਼ ਵਸਾਰਤੀ, ਉਹ ਕਬਜਾਤ ਹੈ। ਉਹ ਜਾਤ ਜਿਹੜੀ ਬਣਾਉਂਦੇ ਤੇ ਹੈਗੇ ਉੱਚੀਆਂ ਜਾਤਾਂ, ਉਹ ਕਹਿੰਦੇ ਉਹ ਤਾਂ ਕਮ ਜਾਤ ਹੈ, ਨੀਚ ਹੈ। ਕਮ ਜਾਤ ਹੁੰਦਾ ਨੀਚ ਜਾਤ। ਨੀਚ ਜਾਤ ਉਹ ਹੈ ਜਿਹਨੂੰ ਸੱਚ ਵਸਾਰਿਆ ਹੋਇਆ। ਸੱਚ ਨੂੰ, ਸੱਚ ਕੀ ਵਸਾਰਿਆ? ਜੋਤ ਇੱਕ ਹੈ ਸਾਰਿਆਂ 'ਚ, ਸਭ ਦੇ ਅੰਦਰ ਪਰਮਾਤਮਾ ਹੈ, ਪੰਜੇ ਤੱਤਾਂ ਦਾ ਸਰੀਰ ਸਭ ਦਾ। ਫਿਰ ਤੁਸੀਂ ਊਚ ਨੀਚ ਕਿਹੜੇ ਬੇਸ ਤੇ ਬੋਲਦੇ ਹੋ? ਸੱਚ ਵਸਾਰਿਆ ਹੋਇਆ। ਵੇਦ ਦੇ ਸੱਚ ਤੋਂ ਭੱਜ ਗਏ, ਵੇਦ ਦੇ ਸੱਚ ਨੂੰ ਕਬੂਲ ਨਹੀਂ ਕਰਦੇ। ਜਿਨ੍ਹਾਂ ਨੇ ਵੇਦ ਦੇ ਸੱਚ ਨੂੰ ਛੱਡਤਾ ਸੀ, ਉਹ ਕਮ ਜਾਤ ਉਹ ਸੀ। ਬ੍ਰਾਹਮਣ ਨੀਚ ਸ਼ੂਦਰ ਵਾਲੇ ਕਰਮ ਕਰਦਾ ਸੀ। ਕਰਮ ਕੀ ਹੈ? ਕਰਮ ਸੋਚ ਹੈ। ਸ਼ੂਦਰ ਵਾਲੀ ਸੋਚ ਬ੍ਰਾਹਮਣ ਦੀ ਸੀ। ਸ਼ੂਦਰ ਵਾਲੀ ਸੋਚ ਛਤਰੀ ਦੀ ਹੋ ਗਈ, ਕਹਿੰਦਾ ਮੈਂ ਇਹਨਾਂ ਨੂੰ ਦਬਾ ਕੇ ਰੱਖਾਂ। ਤਾਂ ਸ਼ੂਦਰ ਵਾਲੀ ਸੋਚ ਹੈ, ਨੀਚ ਸੋਚ ਹੈ। ਏਕ ਜੋਗ ਅਰ ਰੂਪ ਅਪਾਰਾ। ਰੂਪ ਅਪਾਰ ਨੇ ਸਾਡੇ, ਚਾਹੇ ਸਾਰਿਆਂ ਦੇ, ਜੋਗ ਇੱਕੋ ਹੀ ਹੈ ਸਭ ਵਾਸਤੇ। ਕੌਣ ਨ ਮੋਹੇ ਕਹੋ ਵਿਚਾਰਾ। ਉਹ ਤਾਂ ਸਾਰਿਆਂ ਵਾਸਤੇ ਮੋਹ ਪੈਦਾ ਕਰ ਲੂਗਾ। ਸਾਰਿਆਂ ਨੂੰ ਉਹੀ ਮੋਹ ਸਕਦਾ ਹੈ। ਭਗਤਾਂ ਦੀ ਇੱਜ਼ਤ ਐਵੇਂ ਨਹੀਂ ਹੋਈ। ਭਗਤ ਸਾਰਿਆਂ ਨੂੰ ਕਿਉਂ ਚੰਗੇ ਲੱਗਦੇ ਸੀ? ਕਿਉਂਕਿ ਜੋਤ ਇੱਕ ਸੀ ਸਾਰਿਆਂ ਦੇ। ਕਬੀਰ ਹੋਇਆ ਚਾਹੇ ਹੋਵੇ, ਚਾਹੇ ਰਵਿਦਾਸ ਹੋਵੇ, ਚਾਹੇ ਨਾਮਦੇਵ ਹੋਵੇ, ਸਾਰੇ ਇੱਕੋ ਸਮਝਦੇ ਆਪਾਂ, ਸਾਰਿਆਂ ਨੂੰ ਇੱਕੋ ਚੀਜ਼ ਦਿੰਦੇ। ਸਦਰਾਂ ਕਸਾਈ ਹੋਵੇ, ਚਾਹੇ ਇੱਕੋ ਸ਼ਬਦ ਹੈ ਉਹਦਾ, ਕਿਉਂਕਿ ਉਹਨਾਂ ਦਾ ਸੁਭਾਅ ਇੱਕੋ ਹੀ ਹੁੰਦਾ। ਸਾਰਿਆਂ ਨੂੰ ਇੱਕੋ ਸੋਚ ਹੁੰਦੀ ਹੈ, ਇੱਕੋ ਹੀ ਜੋਤ ਹੁੰਦੀ ਹੈ। ਉਹ ਸਾਰਿਆਂ 'ਚ ਆਪਣਾ ਮੋਹ ਪੈਦਾ ਕਰ ਲੈਂਦੇ ਸੀ।
ਇਹ ਕਿਸਮ ਦੱਤ ਇਹ ਜਿਹੀ ਦੱਤ ਸੀ। ਜਹ ਤਹ ਚਲਾ ਜੋਗ ਸੰਨਿਆਸਾ ਰਾਜ ਪਾਟ ਤਜ ਭਏ ਉਦਾਸਾ। ਜਿੱਥੇ ਕਿਤੇ ਵੀ ਦੇਖੋ ਸੰਨਿਆਸ ਯੋਗ ਦੀ ਗੱਲ ਚੱਲ ਪਈ, ਸਾਰੇ ਸੰਨਿਆਸ ਯੋਗ ਨੂੰ ਆਪਣੇ ਮਨ ਨੂੰ ਸਮਝਾਉਣ ਵਾਲੇ ਲੋਕ ਲੱਗੇ। ਆਸ ਸੰਸਾਰ ਦੀਆਂ ਇੱਛਾਵਾਂ ਦਾ ਤਿਆਗ ਔਰ ਏਕ ਆਸ ਵੱਲੋਂ ਇੱਕ ਆਸ ਰੱਖ ਕੇ, ਮੁਕਤੀ ਦੀ ਆਸ ਰੱਖ ਕੇ ਸੰਸਾਰੀ ਪਦਾਰਥਾਂ ਦਾ ਤਿਆਗ ਵੱਲੋਂ ਲੋਕ ਚੱਲ ਪਏ। ਐਸੀ ਭੂਮ ਨਾ ਦੇਖੀਅਤ ਕੋਈ ਜਹਾਂ ਸੰਨਿਆਸ ਜੋਗ ਨਹੀਂ ਹੋਈ। ਇਹ ਜੀ ਧਰਤੀ ਕਿਤੇ ਵੀ ਨਹੀਂ ਜਿੱਥੇ ਸੰਨਿਆਸ ਯੋਗ ਨਹੀਂ ਹੈ। ਯਾਨੀ ਸੰਨਿਆਸ ਯੋਗ ਸਾਰੀ ਦੁਨੀਆ ਦੇ ਉੱਤੇ ਚੱਲ ਪਿਆ, ਇੱਕੋ ਹੀ ਮਤ ਚੱਲ ਪਿਆ, ਬਾਕੀ ਮੱਤਾਂ ਖਤਮ ਹੋ ਗਈ। ਤੀਜੇ ਗੁਰੂ ਮੱਕੜੀ ਦੀ ਕਥਾ ਚੌਪਈ। ਹਾਂਜੀ 24 ਗੁਰੂ ਕੀਨ ਜਹ ਭੰਤਾ ਅਬ ਸੁਣ ਲਿਓ ਕਹੋ ਇਹ ਬਾਤਾਂ। ਦੇਖੋ ਗੁਰੂ ਲਫ਼ਜ਼ ਇੱਥੇ ਵਰਤ ਲਿਆ ਕਿਉਂਕਿ ਗੁਰੂ ਪ੍ਰਚਲਿਤ ਹੈ ਉੱਥੇ ਲਫ਼ਜ਼। ਹਿੰਦੂ ਮਤ 'ਚ ਗੁਰੂ ਹੈ ਕਹਿੰਦੇ ਨੇ ਉਹ ਜਿਨ੍ਹਾਂ ਨੂੰ ਸੁਣਾ ਰਹੇ ਨੇ, ਜਿਨ੍ਹਾਂ ਵਾਸਤੇ ਲਿਖਿਆ ਉਹ ਹਿੰਦੂ ਨੇ ਸਾਰੇ। ਜਿਸ ਤਰੀਕੇ ਨਾਲ ਚਾਹੋ ਦੋ ਤਾਂ ਕਰ ਲਏ, ਦੋ ਤਾਂ ਗੁਰੂ ਹੋ ਗਏ। 24 ਗੁਰੂ ਜਿਸ ਤਰੀਕੇ ਨਾਲ ਬਣਾਏ ਨੇ ਉਹ ਮੈਂ ਕਥਾ ਹੁਣ ਗਾਹਾਂ ਸੁਣੋ ਉਹ ਗੱਲ ਕਿਵੇਂ ਬਣਾਏ। 24 ਕਿਵੇਂ ਹੋਏ, ਦੋਏ ਹੋਏ ਨੇ ਹਾਲ ਤਾਂ। ਅਬ ਸੁਣ ਲਿਓ ਕਹੋ ਇਹ ਬਾਤਾਂ। ਹੁਣ ਸੁਣ ਲਓ ਇਹ ਮੈਂ ਉਹ ਗੱਲ ਅਗਲੀ ਦੱਸਣ ਲੱਗੇ ਹਾਂ। ਏਕ ਮਕਰਕਾ ਦੱਤ ਨਿਹਾਰੀ। ਦੱਤ ਨੇ ਇੱਕ ਮੱਕੜੀ ਦੇਖੀ। ਮੱਕੜੀ ਹੁੰਦੀ ਆ ਤਾਰ ਜੀ ਵਿੱਚੋਂ ਨਿਕਲਦੀ ਉਹਦੇ, ਤਾਰ ਚੱਲਦੀ ਹੋ ਰਹਿੰਦੀ ਹੈ। ਕਿੱਥੋਂ ਆਉਂਦੀ ਹੈ ਪਤਾ ਨਹੀਂ, ਜਲਦੀ ਆਉਂਦੀ ਹੈ ਜਿੰਨੀ ਮਰਜ਼ੀ ਵਧਾ ਲਵੇ। ਪ੍ਰੇਮ ਦੀ ਡੋਰ ਵੀ ਕਿੱਥੋਂ ਚੱਲਦੀ ਹੈ ਅੰਦਰੋਂ। ਜੇ ਕਹਿੰਦਾ ਏਦਾਂ ਪ੍ਰੇਮ ਦੀ ਡੋਰ ਨਿਕਲੇ ਕਿਸੇ ਦੇ, ਉਹਦੇ ਨਾਲ ਤਾਂ ਮੱਕੜੀ ਮੂਹਰੇ ਖੜੀ ਹੈ। ਫਿਰ ਐਸ ਹਿਰਦੇ ਅਨੁਮਾਨ ਵਿਚਾਰੀ। ਮੱਕੜੀ ਦੇਖ ਕੇ ਕਹਿੰਦਾ ਉਹਨੇ ਹਿਰਦੇ 'ਚ ਕੀ ਅਨੁਮਾਨ ਕੀਤਾ, ਵਿਚਾਰ ਕੀ ਕੀਤੀ। ਆਪਣੇ ਹੀ ਐਸ ਅਨੁਮਾਨਾ। ਆਪਣੇ ਹਿਰਦੇ 'ਚ ਉਹਨੇ ਅਨੁਮਾਨ ਐਸਾ ਲਾਇਆ ਤੀਸਰ ਗੁਰੂ ਯਾ ਹਮ ਮਨਾ। ਬਈ ਇਹ ਤੀਆ ਗੁਰੂ ਬਣਾ ਲਈਏ ਇਹਨੂੰ, ਮੱਕੜੀ ਨੂੰ। ਮੱਕੜੀ ਤੋਂ ਸਿੱਖਿਆ ਲਈ ਵੀ ਡੋਰ ਕਿੱਥੋਂ ਲੈ ਕੇ ਆਉਂਦੀ ਹੈ। ਇਹ 'ਚ ਕਰਾਮਾਤ ਹੈ ਨਾ ਡੋਰ ਦੀ ਬਣਾਉਣ ਦੀ। ਪਰ ਤਾਂ ਕਦੇ ਨਹੀਂ ਇਕੱਠੀ ਨਹੀਂ ਕੀਤੀ, ਗੁਰਜੇ ਨਹੀਂ ਪੈਂਦੀ। ਔਰ ਜਿਹੜੀ ਛੱਡ ਦਿੰਦੀ ਉਹ ਇਕੱਠੀ ਵੀ ਨਹੀਂ ਕਰਦੀ ਦੁਬਾਰਾ, ਉਹਨੂੰ ਖਾਂਦੀ ਵੀ ਨਹੀਂ। ਤੀਸਰ ਗੁਰੂ ਯਾ ਹਮ ਮਨਾ। ਤੀਜਾ ਗੁਰੂ ਇਹਨੂੰ ਮੰਨ ਲੈਂਦੇ। ਚਲੋ ਪ੍ਰੇਮ ਸੂਤ ਕੀ ਡੋਰ ਵਧਾਵੇ। ਪ੍ਰੇਮ ਸੂਤ ਕੀ ਡੋਰ ਵਧਾਵੇ, ਐ ਡੋਰ ਵਧਾਵੇ ਜਿਵੇਂ ਇਹ ਵਧਾ ਰਹੀ। ਤਬ ਹੀ ਨਾਥ ਨਿਰੰਜਨ ਪਾਵੇ। ਬਸ ਫਿਰ ਨਾਥ ਔਰ ਨਿਰੰਜਨ ਜਿਹੜਾ ਹੈਗਾ, ਮਾਇਆ ਰਹਿਤ ਨਾਥ ਹੈ ਜਿਹੜਾ ਅੰਦਰ ਨਿਰੰਜਨ ਹੈ। ਮਾਇਆ ਰਹਿਤ ਨਾਥ ਹੈ ਜਿਹੜਾ, ਉਹਦੀ ਪ੍ਰਾਪਤੀ ਹੋ ਸਕਦੀ ਹੈ। ਆਪਨ ਆਪ ਮੋਹ ਦਰਸੈ। ਹਾਂ ਆਪਣੇ ਆਪ ਵਿੱਚ ਆਪਣਾ ਹੀ ਸਰੂਪ ਦੇਖੇ। ਦੇਖੋ ਅਕਾਊਂਟ ਕਹਿ ਦੂ ਇਹ ਗੱਲ ਕਿੱਥੇ ਦੱਸੋ, ਕਿਹੜੇ ਸ਼ਾਸਤਰ ਵਿੱਚ, ਕਿਹੜੀ ਸਿਮਰਤੀ 'ਚ ਇਹ ਗੱਲ ਪੰਡਤ ਕਿੱਥੋਂ ਕਹਿ ਦੂ। ਆਪਣੇ ਅੰਦਰ ਆਪਣਾ ਹੀ ਸਰੂਪ ਦੇਖੇ। ਆਹ ਜਿਹੜਾ ਕਹਿੰਦੇ ਤੇਰੇ ਅੰਦਰ ਇਹ ਆਪਣਾ ਹੀ ਸਰੂਪ ਅੰਦਰ, ਹੋਰ ਕੌਣ ਹੈ ਇਹਦੇ ਅੰਦਰ। ਆਪਨ ਆਪ ਹੀ ਦਰਸੈ। ਆਪ ਮੋਹ ਦਰਸੈ। ਆਪਣੇ ਵਿੱਚੋਂ ਹੀ ਮਨ ਮੈਂ ਆਪ ਹੈ, ਉਹ ਮੇਰੇ ਵਿੱਚ ਆਪ ਹੈ। ਮਨ ਕੌਣ ਹੈ? ਮੈਂ। ਉਹ ਆਪ ਵਿੱਚ ਹੈ। ਉਹ ਵਿੱਚ ਕੌਣ ਹੈ? ਧੁੱਪ ਦੇ ਵਿੱਚ ਸੂਰਜ ਹੈ। ਸੂਰਜ ਔਰ ਧੁੱਪ ਦੋ ਨਹੀਂ ਹਨ। ਸੂਰਜ ਦੀ ਧੁੱਪ, ਧੁੱਪ ਦਾ ਸੂਰਜ। ਤੋਏ ਮੋਹੇ, ਮੋਹੇ ਤੋਏ ਅੰਦਰ। ਕਣਕ ਕੱਢ ਕੇ ਜਲ ਤਰੰਗ ਜੈਸੇ। ਅੰਤਰ ਗੁਰੂ ਆਤਮਾ ਪਰਸੈ। ਅੰਤਰ ਗੁਰੂ ਆਤਮਾ ਪਰਸੈ। ਆਪਣੇ ਅੰਦਰ ਆਤਮ ਨੂੰ ਗੁਰੂ ਬਣਾਵੇ। ਹਨੇਰਾ ਚਲਾ ਗਿਆ, ਹਨੇਰਾ ਤਾਂ ਬਾਹਰ ਚੱਕੂਗਾ ਤਾਂ। ਅੰਤਰ ਗੁਰੂ ਆਤਮਾ ਪਰਸੈ। ਹਾਂ ਆਪਣੇ ਆਪ ਨੂੰ ਪਰਸੇ, ਉਹੀ ਗੁਰੂ ਹੈ। ਗਿਆਨ ਗੁਰੂ ਨਾਲ ਪਰਸਿਆ ਜਾਊ। ਏਕ ਛਾਂਡ ਕੇ ਅਣਤ ਨ ਧਾਵੇ। ਇੱਕ ਤਾਂ ਹੋ ਗਈ ਇੱਥੇ
ਆਪ ਹੀ ਇੱਕ ਹੋ ਗਿਆ। ਇਸ ਏਕਤਾ ਨੂੰ ਛੱਡ ਕੇ ਹੋਰ ਕਿਸੇ ਨਾਲ ਨਾ ਜੁੜੇ। ਬਾਹਰ ਨਹੀਂ ਗੁਰੂ ਹੁੰਦਾ। ਕਹਿਣ ਦਾ ਮੇਰੇ ਨਾਲ ਵੀ ਨਾ ਜੁੜ ਜਿਓ, ਇਹ ਕਹਿੰਦੇ ਨੇ। ਹਾਂ, ਅੰਤਰ ਗੁਰੂ ਆਤਮਾ ਪਰਸੈ। ਆਪਣੇ ਆਪ ਨਾਲ ਜੁੜੋ, ਬਾਹਰ ਮੇਰੇ ਨਾਲ ਨਹੀਂ ਜੁੜਨਾ ਹੈ। ਮੈਂ ਨਹੀਂ ਗੁਰੂ ਹੈਗਾ, ਗੁਰੂ ਤੁਸੀਂ ਹੋਈ ਹੋ ਆਪ ਹੈ। ਗੁਰਦੇਵ ਅੰਦਰ ਹੀ ਹੈ ਤੇਰੇ, ਸਤਿਗੁਰ ਤੇ ਖਾਲੀ ਕੋਈ ਨਹੀਂ। ਹਾਂਜੀ, ਏਕ ਛਾੜ ਕੇ ਅਣਤਨ ਧਾਵੈ। ਇਸ ਏਕਤਾ ਨੂੰ ਛੱਡ ਕੇ ਜਦ ਮਨ ਹੋਰ ਪਾਸੇ ਜਾਊ, ਦੋ ਹੋ ਜਾਣਗੇ। ਜਦ ਧਾਊਗਾ ਮਨ, ਫੇਰ ਭੰਗ ਹੋ ਜੂਗੀ ਸਮਾਧੀ ਇਹਦੀ। ਇਹ ਸਹਿਜ ਸਮਾਧ ਹੈ। ਜਦ ਮਨ ਧਾਊਗਾ ਭੰਗ ਹੋ ਜੂਗਾ। ਨਾਨਕ ਜਨ ਮਨ ਭੰਗ। ਸਾਬਤ ਦਿਲ ਸਾਬਤ ਰੱਖੋ, ਆਪਣੇ ਆਪ ਨਾਲ ਜੁੜ ਕੇ ਦਿਲ ਸਾਬਤ। ਜਾ ਕੋ ਦਿਲ ਸਾਬਤ ਨਹੀਂ, ਤਾ ਕੋ ਕਾ ਖੁਦਾ। ਏਕ ਛਾੜ ਕੇ ਅਣਤਨ ਧਾਵੈ, ਤਬ ਹੀ ਪਰਮ ਤਤ ਕੋ ਪਾਵੈ। ਬਸ ਫਿਰ ਪਰਮ ਤੱਤ ਨੂੰ ਪਾ ਲੈਂਦਾ। ਪਰਮ ਤੱਤ ਕੀ ਹੈ? ਆ ਜਿਹੜਾ ਪਰ ਆਤਮ ਗਿਆਨ, ਪਰਮ ਤੱਤ ਹੈ ਜਿਹੜਾ ਆਤਮ ਗਿਆਨ ਹੈ। ਰਾਜਾ ਰਾਮ ਲੋ ਮੋਰਾ ਬ੍ਰਹਮ ਗਿਆਨ, ਪਰਮ ਤੱਤ ਸਮਝ ਲੈਂਦਾ। ਪਰਮ ਤੱਤ ਕੀ ਹੈ? ਇਹ ਹੈ ਜਪਿਆ, ਆਪ ਜਪੈ ਅਵਰਾ ਨਾਮ ਜਪਾਵੇ। ਇਹ ਮਿਲ ਗਿਆ ਨਾਮ, ਪਰਮ ਤੱਤ ਹੋਣੇ ਨੂੰ। ਹਾਂਜੀ, ਏਕ ਸਰੂਪ ਏਕ ਕਰ ਦੇਖੈ। ਇੱਕ ਸਰੂਪ, ਆਪਣਾ ਰੂਪ ਇੱਕ ਹੋ ਗਿਆ ਨਾ। ਏਕ ਕਰ ਦੇਖੈ, ਇਸੇ ਨੂੰ ਦੇਖਣਾ, ਔਰ ਇਸੇ ਨੂੰ ਦੇਖਣਾ, ਹੋਰ ਬਾਹਰ ਕੋਈ ਇੱਕ ਨਹੀਂ ਮਿਲਣਾ ਤੁਹਾਨੂੰ। ਏਕ ਰਹਿਆ ਤਾਂ ਇੱਕੋ ਜਨ। ਉੱਥੇ ਵੀ ਉਹੀ ਗੱਲ ਹੈ, ਇੱਥੇ ਵੀ ਇਹੀ ਗੱਲ ਹੈ। ਗੌੜੀ ਬਾਬਾ ਨਖਰੀ ਚ ਗੁਰਮਤਿ ਸਾਜੀ ਸਾਰੀ ਗੁਰਮਤਿ। ਜਦ ਆਪ ਇੱਕ ਹੋ ਜੂ ਤਾਂ ਇੱਕ ਦਾ ਦਰਸ਼ਨ ਹੋਊ, ਵਰਨਾ ਇੱਕ ਦਾ ਨਾ ਇਹਨੂੰ ਸਮਝ ਆਵੇ ਨਾ ਇਹਨੂੰ ਦਰਸ਼ਨ ਹੋਵੇ। ਗੌੜੀ ਬਾਬਾ ਨਖਰੀ ਦੇ ਵਿੱਚ ਵੀ ਹੈ, ਇੱਥੇ ਵੀ ਇਹੀ ਹੈ। ਆਨ ਭਾਵ ਕੋ ਭਾਵਨਾ ਪੇਖੈ। ਹੋਰ ਜਿਹੜੀ ਭਾਵਨਾ ਪੈਦਾ ਹੁੰਦੀ ਹੈ ਅੰਦਰ, ਇੱਛਾ, ਉਹਨੂੰ ਦੇਖੇ ਹੀ ਨਾ, ਉਹਦੀ ਭੁੱਖੇ ਨਾ ਰੱਖੇ ਅੰਦਰ। ਆਨ ਭਾਵ ਸਰੀਰ ਦੀ ਆਊਗੀ, ਮਾਇਆ ਦੀ ਆਊਗੀ, ਰਿੱਧੀ ਸਿੱਧੀ ਦੀ ਆਊਗੀ। ਇਹ ਵੀ ਨਹੀਂ ਹੈ, ਭੁੱਖ ਹੋ ਜੂ। ਫਿਰ ਉਹ ਭੁੱਖਿਆਂ ਭੁੱਖ ਨਾ ਉਤਰੈ। ਭੁੱਖੇ ਭਗਤੀ ਨਹੀਂ ਕਰਦੇ ਹੁੰਦੇ। ਹਾਂਜੀ, ਏਕ ਆਸ ਬਜ ਅਣਤਨ ਧਾਵੈ। ਦੇਖੋ ਏਕ ਆਸ ਜਿਹੜੀ ਹੈ ਉਹ ਇਹ ਨਹੀਂ ਤਜਣੀ। ਤਬ ਹੀ ਨਾਮ ਏਕ ਆਸ ਤਜ ਅੰਤ ਨਾ ਤਾਵੇ। ਹੋਰ ਕਿਸੇ ਆਸ ਮਗਰ ਨਹੀਂ ਭਜਣਾ। ਤਬ ਹੀ ਨਾਥ ਨਿਰੰਜਨ ਪਾਵੈ। ਤਬ ਹੀ ਨਾਥ ਨਿਰੰਜਨ ਪਾਵੇ। ਫਿਰ ਨਾਥ ਨਿਰੰਜਨ ਦੀ ਪ੍ਰਾਪਤੀ ਹੈ, ਆਪਣੇ ਮੂਲ ਦੀ ਪ੍ਰਾਪਤੀ ਹੈ। ਹਾਂ, ਕੇਵਲ ਅੰਗ ਰੰਗ ਤਹਿ ਰਾਚੈ। ਕੇਵਲ ਅੰਗ ਰੰਗ ਤਹਿ, ਆਪਣੇ ਮੂਲ ਦੇ ਰੰਗ ਨਾਲ, ਆਪਣੇ ਮੂਲ ਦੇ ਸਾਥ। ਅੰਗ ਸਾਥ ਹੁੰਦਾ, ਕੇਵਲ ਅੰਗ ਉਹਦੇ ਅੰਗ ਔਰ ਉਹਦਾ ਹੀ ਰੰਗ, ਤਹਿ ਰਾਚੈ। ਉਹਦੇ ਨਾਲ ਰੱਜ ਗਏ। ਆਤਮ ਰੰਗ, ਏਕ ਆਤਮ ਦਰਸ, ਆਤਮ ਦਰਸ਼ਨ ਔਰ ਆਤਮ ਰੰਗ ਚ ਰੰਗਿਆ ਜਾਵੇ। ਆਤਮ ਨਾਲ ਸਪਰਸ਼ ਕਰੇ, ਆਪਣੇ ਮੂਲ ਨਾਲ ਜੁੜੇ ਔਰ ਆਪਣੇ ਮੂਲ ਵਾਲਾ ਹੀ ਰੰਗ ਹੋਵੇ। ਏਕ ਇਹਦੇ ਨਾਲ ਰਚ ਜਵੇ, ਰਚ ਵਿੱਚ ਜਵੇ। ਏਕ ਛਾੜ ਰਸ ਨੈਕ ਨ ਮਾਚੈ। ਇੱਕ ਰਸ ਨੂੰ ਛੱਡ ਕੇ, ਨਾਮ ਦੇ ਰਸ ਨੂੰ ਛੱਡ ਕੇ ਹੋਰ ਕੋਈ ਰਸ ਉਹਦੇ ਦੀ ਇੱਛਾ ਹੀ ਨਾ ਉਹਦੇ ਅੰਦਰ ਹੋਵੇ। ਬੰਚ ਇੱਛਾ ਹੀ ਨਾ ਹੋਵੇ ਉਹਦੇ ਅੰਦਰ। ਪਰਮ ਤਤ ਕੋ ਧਿਆਨ ਲਗਾਵੈ। ਪਰਮ ਤੱਤ ਦਾ ਇਹੀ ਧਿਆਨ, ਇਹੀ ਪਰਮ ਤੱਤ ਦਾ ਧਿਆਨ। ਤਬ ਹੀ ਨਾਥ ਨਿਰੰਜਨ ਪਾਵੈ। ਫੇਰ ਨਾਥ ਨਿਰੰਜਨ ਪਾਇਆ ਜਾਊਗਾ। ਬਿਲਕੁਲ ਕਲੀਅਰ ਕੱਟ ਗੱਲ ਜਿਹੜੀ ਆਈ ਹੋਈ ਆ ਗੁਰਮਤਿ ਦੀ, ਔਰ ਰਿਜ਼ਲਟ ਸਾਰ ਪਿਆ ਕੱਢਿਆ ਹੋਇਆ। ਇਹ ਦਸਮ ਪਾਤਸ਼ਾਹ ਆਪਣੇ ਕੋਲੋਂ ਇੰਨੀ ਗੱਲ ਕਹੀ ਆ ਉਹਨਾਂ ਨੇ, ਇਹਦੀਆਂ ਲਾਈਨਾਂ ਆਪਣੇ ਕੋਲੋਂ ਲਿਖੀਆਂ ਹੋਈਆਂ ਗੁਰਮਤਿ ਦੀ ਵਿਧੀ। ਉਹ ਗੁਰਮਤਿ ਦੀ ਵਿਧੀ ਉਹ ਦੱਤ ਦੀ ਵਿਧੀ ਹੈ। ਗੁਰਮਤਿ ਵਾਲੀ ਵਿਧੀ ਉਹ ਦੱਤ ਦੀ ਵਿਧੀ ਹੈ। ਗੁਰਮਤਿ ਪ੍ਰਗਟ ਰਹੀ ਉਦੋਂ ਸੁਣਿਆ। ਹਾਂ, ਸਾਰੀ ਦੁਨੀਆ 'ਚ ਗੁਰਮਤਿ ਹੋ ਗਈ। ਦੱਤ ਇੱਕ ਪਹਿਲਾ ਆਦਮੀ ਹੈ ਜਿਹਨੇ ਸਾਰੀ ਸ੍ਰਿਸ਼ਟੀ 'ਚ ਗੁਰਮਤਿ ਕਰਨ ਲਾਤੇ। ਇਹ ਹੈ ਖਾਲਸਾ, ਖਾਲਸਾ ਰਾਜ। ਕੋਈ ਜਗ੍ਹਾ ਐਸੀ ਨਹੀਂ ਜਿੱਥੇ ਗੁਰਮਤਿ ਦੀ ਵਿਧੀ, ਐਸੀ ਭੂਮ ਨਾ ਦੇਖੀਏ ਤਾਂ ਕੋਈ ਜਹਾਂ ਐਸੀ ਜਗ੍ਹਾ ਹੀ ਨਹੀਂ ਕੋਈ
ਜਿੱਥੇ ਇਹ ਯੋਗ ਨਹੀਂ ਚੱਲ ਰਿਹਾ, ਗਿਆਨ ਯੋਗ, ਉਸ ਟਾਈਮ ਇਹ ਖਾਲਿਸਤਾਨ ਹੈ। ਹੋਰ ਕੀ ਹੈ? ਹੋਰ ਕੀ ਹੈ? ਕਰਕੇ ਦਿਖਾਓ ਤੁਸੀਂ ਇਹੋ ਜਿਹਾ। ਉਹ ਤੁਸੀਂ ਤਾਂ ਆਪੇ ਨਹੀਂ ਮਿਲਣਾ ਗੁਰਮਤ ਨੂੰ, ਖਾਲਿਸਤਾਨ ਦੀਆਂ ਗੱਲਾਂ ਕਰਦੇ। ਇਹੋ ਜਿਹਾ ਕੋਈ ਆਦਮੀ ਉਹ ਤਾਂ ਆਪੇ ਬਣ ਜੂਗਾ। ਲੜੇ ਤੇ ਨਹੀਂ ਕੋਈ ਧਰਮ ਫੈਲਦੇ ਹੁੰਦੇ, ਲੜੇ ਤੇ ਕੋਈ ਧਰਮ ਫੈਲਦੇ ਨੇ। ਜ਼ਬਰਦਸਤੀ ਦਾ ਕੰਮ ਹੈ ਧਰਮ, ਆਪੇ ਬੰਨੇ ਆਦਮੀ। ਆਪਾਂ ਨੇ ਤਾਂ ਕਿਹਾ ਸੀ ਸਿੱਖ ਨੂੰ ਕੇਸਾਂ ਦੀ ਕੋਈ ਪਾਬੰਦੀ ਨਹੀਂ। ਉਹ ਜਿਹੜੇ ਮੁੰਡੇ ਹੁਣ ਕਹਿੰਦੇ ਅਸੀਂ ਕੇਸ ਰੱਖਣੇ ਨੇ, ਅਸੀਂ ਉਹਨਾਂ ਨੂੰ ਕਿਹਾ ਰੱਖੋ। ਇਹ ਕਹਿੰਦੇ ਰਹੇ ਨੇ ਰੱਖੋ, ਲੋਕ ਮਨਾਉਂਦੇ ਰਹੇ ਨੇ। ਅਸੀਂ ਕਹਿੰਦੇ ਰੱਖੋ ਨਾ ਰੱਖੋ, ਗੱਲ ਸੁਣੋ। ਉਹ ਪਹਿਲਾਂ ਕੇਸ ਰੱਖਦੇ ਨੇ, ਗੱਲ ਬਾਅਦ ਸੁਣਦੇ ਨੇ। ਆਪ ਰੱਖੇ ਜਿਹੜਾ ਉਹ ਰੱਖੂਗਾ ਵੀ, ਉਹਦਾ ਫਿਰ ਚਾਹੇ ਸਿਰ ਵੀ ਨਾਲ ਚਲਾ ਜਾਵੇ ਉਹ ਰੱਖੂਗਾ ਹੀ। ਉਹ ਜਿਹੜੇ ਪੈਸੇ ਦੇ ਕੇ ਰਖਾਉਂਦੇ ਨੇ ਉਹ ਵੱਧ ਪੈਸੇ ਦੇ ਕੇ ਕੱਟ ਵੀ ਦੇਣ, ਲੈ ਕੇ ਕੱਟ ਵੀ ਦੇਣਗੇ। ਉਹ ਤਾਂ ਉਹ ਤੋਂ ਜ਼ਿਆਦਾ ਪੈਸੇ ਕੋਈ ਦੇ ਤੇ ਉਹ ਕਰ ਦੇਣਗੇ। ਨੌਕਰ ਰੱਖੀਦਾ, ਕੋਈ 20,000 ਰੁਪਇਆ ਤਨਖਾਹ ਦਿੰਦਾ, ਜਿੱਥੋਂ 25 ਮਿਲ ਗਿਆ ਉਹ ਛੱਡ ਕੇ ਦੂਏ ਚਲੇ ਜਾਂਦਾ। ਇਹ ਸੰਸਾਰ ਦੀ ਗੱਲ ਹੈ। ਜਿੱਥੇ ਤੱਕ ਪੈਸਿਆਂ ਦੀ ਗੱਲ ਹੈ, ਉਹ ਤਾਂ ਦੂਆ ਜ਼ਿਆਦਾ ਦੇ ਦੂਗਾ, ਦੂਏ ਪੈਸੇ ਚਲੇ ਜਾਓ। ਗੁਰੂ ਮਕਰ ਕਾ ਥਾਨੀ, ਤੀਜਾ ਗੁਰੂ ਮੱਖੜੀ ਬਣਾ ਲਈ। ਤੀਜਾ ਗੁਰੂ ਮੱਖੜੀ ਨੂੰ ਬਣਾ ਕੇ ਅੱਗੇ ਚਲਾ ਦੱਤ ਅਭਿਮਾਨੀ, ਅੱਗੇ ਚਲਾ ਦੱਤ ਅਭਿਮਾਨੀ। ਅਜੋ ਅਭਿਮਾਨੀ ਹੈ ਕਿ ਗੁਰੂ ਅਜੋ ਹੋਰ ਬਣਾਉਣੇ ਨੇ ਨਾ, ਗੁਰੂ ਅਜੋ ਹੋਰ ਬਣਾਉਣੇ ਨਾ। ਦੱਤ ਨੇ ਅਜੋ ਗੁਰੂ, ਜੇ ਅਭਿਮਾਨੀ ਨਾ ਹੋਵੇ ਫਿਰ ਗੁਰੂ ਦੀ ਕੀ ਲੋੜ ਹੈ? ਦੇਖੋ ਫਿਰ ਅਭਿਮਾਨੀ ਲੱਗੇ। ਇੱਥੇ ਤੱਕ ਜੋ ਹੰਕਾਰ ਹੈਗਾ, ਸੰਤੋਖੀ ਆਦਮੀ ਅਭਿਮਾਨੀ ਹੈ। ਸੰਤੋਖੀ ਆਦਮੀ ਅਭਿਮਾਨੀ ਹੁੰਦਾ। ਸਤ ਸੰਤੋਖ ਦੀ ਨਾਲ ਲੱਗਿਆ। ਅਜੋ ਉਹਨੂੰ ਉਹ ਦੇਖੋ ਜਨਮ ਕਿਉਂ ਹੋਇਆ? ਅਜੋ ਪਿਛਲਾ ਹੀ ਗਿਆਨ ਹੈ ਉਹਦੇ ਕੋਲ, ਅਭਿਮਾਨ ਕਰਕੇ ਹੋਇਆ ਨਹੀਂ ਜਨ। ਪਿਛਲਾ ਗਿਆਨ ਹੈ ਅਜੋ ਦਾ ਇੱਕ ਇੱਕ ਕਰਕੇ ਗੁਣ ਲੈ ਰਿਹਾ, ਡਿਵੈਲਪ ਹੋ ਰਿਹਾ ਦੱਤ ਵੀ। ਹਾਂ ਅਜੋ ਕੋਈ ਉਹਨੂੰ ਨਹੀਂ ਕਹਿੰਦੇ। ਇਹਦੇ ਵਾਸਤੇ ਬੱਬੂ ਸਾਹਿਬ ਵਾਸਤੇ, ਮੂਸੇ ਵਾਸਤੇ ਬਣਾਈ ਹੋਈ ਹੈ ਇਹਨਾਂ ਨੇ। ਮੂਸਾ ਜਿਹੜਾ ਸੀ, ਮੇਰਾ ਖਿਆਲ ਹੈ ਇਜ਼ਰਾਈਲ ਵਾਲਿਆਂ ਦਾ ਸੀ ਸ਼ਾਇਦ। ਉਹ ਚਲਿਆ ਗਿਆ, ਉਹਨੂੰ ਕਿਹਾ ਸੀ ਵੀ ਤੂੰ ਚਲਿਆ ਜਾਈਂ ਬਈ ਉਹ ਸੱਚਖੰਡ, ਉੱਥੇ ਚਲਾ ਜਾ ਕੇ ਜਾਏਗਾ ਤੂੰ, ਉਹ ਗੇਟ ਬੰਦ ਹੋਊ, ਜਾ ਕੇ ਕਹਿ ਦੀ ਨੌਕਿੰਗ ਕਰਦੀ ਥੋੜਾ, ਉੱਧਰੋਂ ਤੈਨੂੰ ਆਵਾਜ਼ ਆਊਗੀ, ਦਰਵਾਜ਼ਾ ਵੀ ਕੌਣ ਹੈ? ਸਮਝੇ? ਉਹਨਾਂ ਨੇ ਕਿਹਾ ਵੀ ਕੌਣ? ਬਾਹਰ ਜਾ, ਦਰਵਾਜ਼ਾ ਖੜਕਾ ਆਇਆ, ਕਹਿੰਦਾ ਮੈਂ ਮੂਸਾ। ਕਹਿੰਦੇ ਬਾਹਰ ਰਹਿ, ਦਰਵਾਜ਼ਾ ਨਹੀਂ ਖੁੱਲਦਾ। ਉੱਥੇ ਹੁਣ ਨਾ ਪਿੱਛੇ ਜਾਣ ਜੋਗਾ ਨਾ ਗਾਂਹ ਜਾਣ ਜੋਗਾ। ਗਾਂਹ ਤਾਂ ਅੰਦਰ ਨਹੀਂ ਵੜਨ ਦਿੰਦੇ, ਪਿੱਛੇ ਵਾਲੇ ਛੱਡ ਕੇ ਚਲੇ ਗਏ। ਫਿਰ ਦੇਖਦਾ ਵੀ ਫਿਰ ਉੱਥੇ ਯਾਦ ਆਇਆ ਵੀ ਤੂੰ, ਮੈਂ ਰਹਿ ਗਿਆ ਵੀ ਇਹ ਗੱਲ ਕੀ ਹੈ। ਫਿਰ ਆਇਆ ਕੋਈ ਬਜ਼ੁਰਗ, ਉਹਨੇ ਦੱਸਿਆ ਕਿਵੇਂ ਬੈਠਾ ਹੈ? ਕਹਿੰਦਾ ਬਈ ਕਾਹਦਾ ਬੈਠਾ, ਇੱਥੇ ਛੱਡ ਕੇ ਗਏ ਨੇ, ਉੱਥੇ ਖੁਦਾ ਨੇ ਕਿਹਾ ਸੀ ਤੈਨੂੰ ਅੰਦਰ ਐਂਟਰੀ ਹੋ ਜੂ, ਦਰਸ਼ਨ ਵੀ ਹੋ ਗਏ, ਸਭ ਕੁਛ ਹੋ ਗਿਆ। ਇੱਥੇ ਹੁਣ ਮੈਂ ਗੇਟ ਨਹੀਂ ਖੋਲ੍ਹਦੇ। ਕਹਿੰਦੇ ਕੋਈ ਆਵਾਜ਼ ਆਉਂਦੀ ਹੈ? ਕਹਿੰਦਾ ਆਵਾਜ਼ ਤਾਂ ਆਉਂਦੀ ਹੈ। ਕਹਿੰਦਾ ਤੈਂ ਕੀ ਕਿਹਾ ਸੀ? ਵੀ ਅੰਦਰੋਂ ਬੋਲਦਾ ਕੋਈ? ਕਹਿੰਦਾ ਬੋਲਦੇ ਤਾਂ ਹੈਗੇ। ਕਹਿੰਦੇ ਕੀ ਕਹਿਣਾ? ਕਹਿੰਦਾ ਹਟ ਪਰੇ, ਪਿੱਛੇ ਚੱਲ, ਫਿਰ ਹੀ ਗੇਟ ਖੁੱਲ੍ਹਦਾ ਤੇਰੇ ਵਾਸਤੇ। ਕਹਿੰਦਾ ਤੈਂ ਕੀ ਕਿਹਾ ਸੀ? ਕਹਿੰਦਾ ਮੈਂ ਕਿਹਾ ਸੀ, ਉਹਨਾਂ ਨੇ ਕਿਹਾ ਵੀ ਕੌਣ? ਕਹਿੰਦਾ ਮੈਂ ਕਿਹਾ ਮੈਂ ਮੂਸਾ। ਕਹਿੰਦਾ ਇਹ ਬਸ ਗਲਤ ਹੈ, ਇਹ ਐਂ ਨਹੀਂ ਕਹੀਦਾ ਹੁੰਦਾ। ਕਹਿੰਦਾ ਜੀ ਕੀ ਕਹਿੰਦਾ? ਕਹਿੰਦਾ ਜਾ ਹੁਣ ਤੂੰ ਖੜਕਾਏਗਾ ਇਹ ਕਹੀਂ ਆਜਜ ਗਰੀਬ ਮੂਸਾ, ਆਜਜ ਦਾ ਬੇਸਹਾਰਾ ਗਰੀਬ ਮੂਸਾ, ਮੈਂ ਨਾ ਕਹੀ। ਕਹਿੰਦਾ ਇਹ ਤਾਂ ਸੌਖਾ ਹੀ ਹੈ, ਫਿਰ ਤਾਂ ਕੋਈ ਗੱਲ ਹੀ ਨਹੀਂ। ਉਹਦੇ ਤਾਂ ਹੁਣ ਕਿਸੇ ਨੇ ਦੱਸਿਆ ਨਹੀਂ ਸੀ ਨਾ। ਹਾਂ ਬੋਲ ਕਹਿ ਬੇ ਮਹੇ ਵਿਵੇਕ, ਗੱਲ ਦੇ ਬੋਲਣ 'ਚ ਵਿਵੇਕ। ਜਦੋਂ ਫਿਰ ਨੌਕਰ ਕੀਤਾ, ਫਿਰ ਕੌਣ? ਕਹਿੰਦਾ ਜੀ ਆਜਜ ਗਰੀਬ ਮੂਸਾ। ਕਹਿੰਦਾ ਪਹਿਲਾਂ ਹੀ ਫੁੱਟ ਪੈਂਦਾ
ਪਹਿਲਾਂ ਹੀ ਆ ਗੱਲ ਫੁੱਟ ਪੈਂਦਾ। ਇੰਨਾ ਕੇ ਫਰਕ ਹੈ, ਫਰਕ ਜ਼ਿਆਦਾ ਨਹੀਂ ਹੈ, ਫਰਕ ਬੋਲਣ ਦਾ। ਉਹ ਬੋਲੀ ਨਹੀਂ ਆਉਂਦੀ ਇਹਨੂੰ, ਜੇ ਬੋਲੀ ਆਉਂਦੀ ਹੁੰਦੀ ਉਪਦੇਸ਼ ਕਰਦਾ ਲੋਕਾਂ ਨੂੰ। ਤੀਸਰ ਗੁਰੂ ਅਜੇ ਗੁੱਗਾ ਹੀ ਆ, ਗੁੜ ਤਾਂ ਖਾ ਲਿਆ ਗੁੱਗੇ ਨੇ, ਪੁੱਛੇ ਤੇ ਕਿਆ ਕਹੀਏ। ਹਾਂ, ਜਿਹੜੇ ਕੰਮ ਵਾਸਤੇ ਭੇਜਿਆ ਉਹਨੂੰ ਸਾਰੇ ਚਲਾਉਣ ਵਾਸਤੇ, ਉਹ ਚਲਾ ਵੀ ਰਿਹਾ, ਬਿਨਾਂ ਬੋਲੇ ਹੀ ਦੁਨੀਆ ਨੂੰ ਪ੍ਰਭਾਵਿਤ ਕਰ ਰਿਹਾ। ਇਹ ਦਰਗਾਹ ਦੇ ਵਿੱਚੋਂ ਇਹੋ ਜਿਹੇ ਟਾਈਮ ਤੇ ਰੱਖੇ ਹੋਏ ਹੁੰਦੇ ਨੇ, ਜਿਵੇਂ ਸ਼ਤਰੰਜ ਖੇਡਦੇ ਆ ਨਾ, ਆਪਣਾ ਰੱਖਿਆ ਹੁੰਦਾ, ਫਿਰ ਕੱਢੀ ਦਾ, ਫਿਰ ਵਜ਼ੀਰ ਆ ਹੋਰ ਰੱਖਿਆ ਹੁੰਦਾ ਨਾ। ਇਵੇਂ ਜਦੋਂ ਪਾਕਿਸਤਾਨ ਨੇ ਟੈਂਕਾਂ ਲਿਆਂਦੀਆਂ, ਪੈਟਰਨ ਟੈਂਕਾਂ, ਇਹਨਾਂ ਦਾ ਗੋਲੇ ਰੱਖੇ, ਤੇ ਪਹਿਲਾਂ ਤਾਂ ਪਤਾ ਨਹੀਂ ਸੀ। ਜਦ ਟੈਂਕਾਂ ਆ ਗਈਆਂ ਇਹਨਾਂ ਨੇ ਗੋਲੇ ਮਾਰੇ, ਟੈਂਕਾਂ ਖੜਾ ਕੇ ਰੱਖਦੀਆਂ। ਇਸ ਕਰਕੇ ਆਪਣੇ ਆਪਣੇ ਹਥਿਆਰ ਲੁਕੋ ਕੇ ਰੱਖੇ ਹੁੰਦੇ। ਸੱਚ ਹੈ ਝੂਠ ਦੀ ਲੜਾਈ ਹੈ। ਪਰਮੇਸ਼ਰ ਜਿਹੜਾ ਚਾਹੁੰਦਾ ਸੱਚ ਦਾ ਪੱਲਾ ਕਰਨਾ, ਐਂ ਵੀ ਕਰ ਦਿੰਦਾ। ਜੇ ਚਾਹੁੰਦਾ ਤਾਂ ਐਂ ਵੀ ਕਰ ਦਿੰਦਾ, ਸਾਰੇ ਇੱਕਦਮ ਪਲਟ ਦਿੰਦਾ, ਸਾਰੇ ਹੱਥ ਖੜੇ ਕਰ ਦਿੰਦੇ ਨੇ। ਇਹੀ ਦੱਸ ਪਾ ਜਾਣਗੇ ਆਪ ਲੜੂ ਨਾ ਫੌਜ ਲੜਾਊ। ਅਸੀਂ ਖਾਲਸਾ ਇੱਥੇ ਖਾਲਿਸਤਾਨ ਬਣਾਉਣ ਵੇ ਤੇ ਫੌਜ ਲੜਾਉਣ ਦੀ ਲੋੜ ਨਹੀਂ ਹੈ। ਰਾਜ ਦਾ ਪਰਮੇਸ਼ਰ ਦਾ ਕਰਨਾ, ਅਸੀਂ ਆਪਣਾ ਕਰਨਾ। ਜਿਨ੍ਹਾਂ ਨੇ ਆਪਣਾ ਕਰਨਾ ਉਹ ਕਹਿੰਦੇ ਨੇ ਇਹਨਾਂ ਨੇ ਆਪਣਾ ਰਾਜ ਕਰਨਾ, ਖਾਲਿਸਤਾਨ ਨਹੀਂ ਕਰਨਾ ਹੈ। ਨਹੀਂ ਤਾਂ ਬਾਦਲ ਦਾ ਖਾਲਿਸਤਾਨ ਹੈ, ਬਾਦਲ ਦਾ ਰਾਜ ਉਹ ਵੀ ਤਾਂ ਸਿੱਖੇ। ਜੇ ਇਹਨੇ ਇਹਨਾਂ ਨੂੰ ਤਾਂ ਚੰਗਾ, ਇਹ ਅਮਰਿੰਦਰ ਰਾਜ ਉਹ ਵੀ ਸਿੱਖੇ, ਕੋਈ ਹੋਰ ਰਾਜ ਉਹ ਵੀ ਸਿੱਖੇ। ਸਿੱਖ ਤਾਂ ਸਾਰੇ ਹੀ ਨੇ। ਹੱਕ ਇਨਸਾਫ ਦਾ ਰਾਜ ਹੋਵੇ, ਜਿਹਨੂੰ ਲੋਕ ਮੰਨਣ, ਠੀਕ ਰਾਜ ਹੈ, ਵਧੀਆ। ਤੀਸਰ ਗੁਰੂ ਮਕਰ ਕਾ ਠਾਨੀ, ਤੀਸਰ ਗੁਰੂ ਮਕਰ, ਅਭਿਮਾਨੀ। ਤੀਜਾ ਗੁਰੂ ਮਕਰ ਕਾ ਨੂੰ ਬਣਾ ਕੇ ਦੱਤ ਅਭਿਮਾਨੀ ਹੈ ਜੋ, ਕਿਉਂ ਉਹਦੇ ਅੱਗੇ ਜੋ ਹੋਰ ਕੋਈ ਮਿਲਿਆ ਨਹੀਂ ਹੈ। ਜੋ ਜਿੰਨਾ ਚਿਰ ਕੋਈ ਮਿਲਦਾ ਨਹੀਂ ਉਹਨਾਂ ਚਿਰ ਹੰਕਾਰ ਨਹੀਂ ਜਾ ਸਕਦਾ। ਕੋਈ ਗੁਰੂ ਤੇ ਮਿਲੂਗਾ, ਕੋਈ ਐਸਾ ਕ੍ਰਿਸ਼ਮਾ ਦੇਖੂਗਾ, ਕੁਦਰਤ ਦਾ ਕ੍ਰਿਸ਼ਮਾ ਦੇਖੂਗਾ, ਕੋਈ ਗੱਲ ਹੋਊ, ਫਿਰ ਹੰਕਾਰ ਜਾਊਗਾ। ਤਾਂ ਕਰ ਭਾਵ ਹਿਰਦੇ ਮਹਿ ਲੀਨਾ, ਉਹਦਾ ਭਾਵ ਹਿਰਦੇ 'ਚ ਲੈ ਲਿਆ। ਮਕਰ ਕਾ ਮੱਕੜੀ ਦਾ ਇੱਕ ਭਾਵ ਲੈ ਲਿਆ ਉਹਦਾ, ਕਿ ਪ੍ਰੇਮ ਚਾਹੀਦਾ। ਇਹਦਾ ਮਤਲਬ ਪ੍ਰੇਮ ਦੀ ਜੋ ਕਮੀ ਸੀ, ਉਹਦੇ ਵਿੱਚ ਕਮੀ ਸੀ ਨਾ ਪ੍ਰੇਮ ਦੀ। ਜੇ ਤਾਂ ਪ੍ਰੇਮ ਦੀ ਕਮੀ ਹੈ, ਜਿਹਨ ਪ੍ਰੇਮ ਕਿਉ ਤੇ ਨਹੀਂ ਪ੍ਰਭ ਪਾਇਓ। ਅਡੋਲ ਜ਼ਰੂਰ ਹੈ ਉਹ, ਅਗਿਆਨਤਾ 'ਚ ਅਡੋਲ ਹੈ, ਗਿਆਨ 'ਚ ਅਡੋਲ ਨਹੀਂ ਹੈ। ਜਿਹੜੇ ਮਨ ਨੂੰ ਰੋਕਦੇ ਨੇ, ਮਨ ਤੇ ਕਾਬੂ ਕਰਦੇ ਨੇ ਨਾ, ਸਮਾਧੀ ਵਾਲੇ, ਉਹ ਸਮਾਧੀ ਨਾਲ ਮਨ ਅਡੋਲ ਹੋਇਆ ਹੋਇਆ, ਉਹਦਾ ਗਿਆਨ ਨਾਲ ਅਡੋਲ ਹੁਣ ਹੋਊਗਾ। ਗਿਆਨ ਵਾਲੇ ਪਾਸ ਉਹਨੂੰ ਤਾਂ ਹੀ ਗਿਆ ਨਾ, ਸਤ ਕਹੂੰ ਗੁਰਮਿਨ ਮੁਕਤ ਨਾ ਹੋਏ। ਬਿਨਾਂ ਗਿਆਨ ਤੇ ਅਵਸਥਾ ਪ੍ਰਾਪਤ ਕੀਤੀ ਹੈ ਦੱਤ ਨੇ ਪਿਛਲੇ ਜਨਮ 'ਚ। ਪਿਛਲੇ ਜਨਮ ਜਿਹੜੀ ਇਹ ਅਵਸਥਾ ਹੈ, ਇਹ ਬਿਨਾਂ ਗਿਆਨ ਤੇ ਹੈ, ਸਮਾਧੀ ਵਾਲੀ। ਤਾਂ ਹੁਣ ਧੱਕੇ ਖਾਣੇ ਪੈਂਦੇ, ਤਾਂ ਧੱਕੇ ਖਾਣੇ ਪੈਂਦੇ। ਤਾਂ ਕਰ ਭਾਵ ਹਿਰਦੇ ਮਹਿ ਲੀਨਾ, ਹਰ ਕਵੰਤ ਸਭ ਚਲਾ ਪਰਬੀਨਾ। ਉਹਦਾ ਭਾਵ ਹਿਰਦੇ 'ਚ ਲੈ ਕੇ ਹਰ ਕਵੰਤ ਖੁਸ਼ੀ ਨਾਲ ਦੱਤ ਪ੍ਰਵੀਨ ਅੱਗੇ ਤੁਰ ਪਿਆ, ਸਮਝਦਾਰ ਜਾਣੀ ਅੱਗੇ ਚੱਲ ਪਿਆ।